हाँ जी। सब ਨੂੰ ਸਤਿ ਸ਼੍ਰੀ ਅਕਾਲ। ਮਾਈ ਵੀਜ਼ਾ ਓਵਰਸੀਜ਼ ਔਰ ਨਿਊ ਐਵਨੀ ਕੰਸਲਟੈਂਟ ਅਮਨਦੀਪ ਅਨੇਜਾ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ। ਜਿਹੜਾ ਅੱਜ ਦਾ ਸੈਸ਼ਨ ਰਹੇਗਾ, ਮੈਂ ਤੇ ਅਮਨਦੀਪ ਭਾਜੀ ਨੇ ਸਲਾਹ ਕੀਤੀ ਕਿ ਕਿਉਂ ਨਾ ਲੋਕਾਂ ਦੀ ਸੇਵਾ ਕੀਤੀ ਜਾਵੇ, ਕਿਉਂਕਿ ਨਿਊ ਐਵਨੀ ਕੰਸਲਟੈਂਟ ਲੋਕਾਂ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ। ਇੱਧਰੋਂ ਮਾਈ ਵੀਜ਼ਾ ਓਵਰਸੀਜ਼ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਤੋ ਇਹ ਸੋਚਿਆ ਗਿਆ ਕਿ ਇੱਕ ਦੇ ਕੇ 11 ਹੁੰਦੇ ਨੇ, ਤੇ ਕਿਉਂ ਨਾ ਇਕੱਠੇ ਅਸੀਂ ਡਾਇਰੈਕਸ਼ਨਲ ਫੋਰਸ ਲੱਗੀ ਹੋਵੇ ਤੇ ਜਿਹੜੇ ਸਾਡਾ ਸਮਾਜ ਹੈ, ਸੁਸਾਇਟੀ ਹੈ, ਲੋਕ ਨੇ, ਉਹਨਾਂ ਦਾ ਭਲਾ ਹੋ ਜਾਵੇ। ਜਿਹੜਾ ਸੈਸ਼ਨ ਅੱਜ ਦਾ ਹੈਗਾ ਨਾ, ਬੜਾ ਨਾਰਮਲ ਸਿੰਪਲ ਸੈਸ਼ਨ ਹੈ। ਇਹਦੇ ਵਿੱਚ ਆਪਾਂ ਕਿਸੇ ਕਾਲਜ ਦੇ ਰੈਪਰੈਜ਼ੈਂਟੇਟਿਵ ਨਾਲ ਨਹੀਂ ਗੱਲ ਕਰ ਰਹੇ, ਕੋਈ ਅਸੀਂ ਭਾਰੀ ਭਰਕਮ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ। ਪੰਜਾਬੀ ਸੈਸ਼ਨ ਰਹੇਗਾ, ਕਿਉਂਕਿ ਇਹ ਬੇਸਿਕਲੀ ਪੰਜਾਬ ਵਾਲਿਆਂ ਦੇ ਲਈ ਹੋਏਗਾ। ਔਰ ਅਮਨਦੀਪ ਅਨੇਜਾ ਦਾ ਤੁਹਾਨੂੰ ਆਪਣੇ ਬਾਰੇ ਦੱਸਣਗੇ ਹੀ। ਦੋ ਚਾਰ ਸ਼ਬਦ ਮੈਂ ਅਮਨਦੀਪ ਅਨੇਜਾ ਬਾਰੇ ਜ਼ਰੂਰ ਦੱਸਾਂਗਾ। ਸਾਡਾ ਇਕੱਠਾ ਲਾਈਵ ਹੁੰਦਾ ਇੱਕੋ ਕਾਰਨ ਸੀ। ਦੇਖੋ, ਅਮਨਦੀਪ ਅਨੇਜਾ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਨੂੰ, ਮਾਈ ਵੀਜ਼ਾ ਓਵਰਸੀਜ਼ ਦੀਪ ਅਰੋੜਾ ਬਿਲੋਂਗ ਕਰਦੇ ਆ ਲੁਧਿਆਣਾ ਨੂੰ। ਸਾਡੇ ਵੀ ਤਕਰੀਬਨ ਜਿਹੜਾ 100-150 ਕਿਲੋਮੀਟਰ ਦਾ ਫਰਕ ਹੈ, ਉਹ ਮਤਲਬ ਸਮਝੋ ਕਿ 1 ਇੰਚ ਦਾ ਫਰਕ ਨਹੀਂ ਹੈਗਾ, ਕਿਉਂਕਿ ਦਿਮਾਗੀ ਜਿਹੜੀ ਸੋਚ ਹੈ, ਜਿਹੜੀ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਹੈ, ਉਹ ਸੇਮ ਹੋ ਗਈ। ਅਮਨਦੀਪ ਅਨੇਜਾ ਜਿਹੜੇ ਸਾਡੇ ਨਾਲ ਇਸ ਟਾਈਮ ਲਾਈਵ ਨੇ, ਉਹਨਾਂ ਬਾਰੇ ਮੈਂ ਜੇ ਦੋ ਸ਼ਬਦ ਕਹਾਂ ਤਾਂ ਉਹ ਇੱਕ ਵਰਡ ਆਉਂਦਾ ਪੰਜਾਬੀ, ਤਤਪਰ। ਇੰਸਟੈਂਟੇਨੀਅਸਲੀ ਹਰ ਚੀਜ਼ ਨੂੰ ਔਨ ਦਾ ਸਪੌਟ ਸੋਲਵ ਕਰਦੇ ਆ। ਤੋ ਅੱਜ ਜਿਹੜੀ ਆਪਾਂ ਗੱਲਾਂ ਕਰਾਂਗੇ ਰਲ ਮਿਲ ਕੇ ਲੋਕਾਂ ਦੀਆਂ ਪ੍ਰੋਬਲਮ ਸੋਲਵ ਕਰਨ ਦੇ ਲਈ, ਵਿਊਅਰਸ ਦੀਆਂ ਪ੍ਰੋਬਲਮਾਂ, ਕੁਝ ਨਿਊ ਐਵਨਿਊ ਕੰਸਲਟੈਂਟ ਦੇ ਵਿਊਅਰਸ ਨੇ, ਮਾਈ ਵੀਜ਼ਾ ਓਵਰਸੀਜ਼ ਦੇ ਵਿਊਅਰਸ ਨੇ। ਸੋ ਦੋਨਾਂ ਦੀ ਡਾਇਰੈਕਸ਼ਨ ਫੋਰਸ ਦੇ ਨਾਲ ਅਸੀਂ ਗੱਲ ਕਰਾਂਗੇ ਸ਼ੁਰੂਆਤੀ ਲੈਵਲ ਤੇ ਕਿ ਚਾਹੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK, ਜਿਹੜੀ ਵੀ ਕੰਟਰੀ ਜਾਣਾ ਹੋਵੇ ਤੁਸੀਂ, ਉਸ ਕੰਟਰੀ ਦੇ ਵਿੱਚ ਸਾਡੀ ਚੋਣ ਕਿਵੇਂ ਹੋਵੇ, ਆਪਾਂ ਕਿਹੜੀਆਂ ਗਲਤੀਆਂ ਕਰ ਲੈਂਦੇ ਹਾਂ ਕਿ ਜਿਨ੍ਹਾਂ ਕਾਰਨ ਸਾਡੀ ਰਿਫਿਊਜ਼ਲ ਆ ਜਾਂਦੀ ਹੈ। ਤੋ ਅਮਨਦੀਪ ਅਨੇਜਾ ਐਕਸਪਰਟਾਈਜ਼ ਨੇ ਇਸ ਕੰਮ ਦੇ ਵਿੱਚ। ਉਹਨਾਂ ਨੂੰ ਰਾਈਟ ਫਰੋਮ ਬਿਗਿਨਿੰਗ GC ਕੀ ਤੋਂ ਲੈ ਕੇ ਤੇ ਜਦੋਂ ਕੈਨੇਡਾ ਬੰਦਾ ਲੈਂਡ ਕਰ ਦਿੰਦਾ, ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, UK ਲੈਂਡ ਕਰ ਦਿੰਦਾ, ਤੋ ਉਹਨਾਂ ਬਾਰੇ ਵੀ ਅਸੀਂ ਅਮਨਦੀਪ ਅਨੇਜਾ ਜੀ ਦੇ ਵਿਚਾਰ ਲੈਂਦੇ ਆਵਾਂਗੇ। ਮੇਰੀ ਗੱਲਾਂ ਜ਼ਿਆਦਾ ਹੋ ਰਹੀਆਂ ਨੇ, ਮੈਂ ਪਹਿਲਾਂ ਫਸਟ ਆਫ ਆਲ ਅਮਨਦੀਪ ਅਨੇਜਾ ਜੀ ਦਾ ਵੈਲਕਮ ਕਰਾਂਗਾ ਐਂਡ ਵੈਲਕਮ ਤੁਹਾਨੂੰ ਇਸ ਸ਼ੋਅ ਦੇ ਵਿੱਚ, ਮਾਈ ਵੀਜ਼ਾ ਓਵਰਸੀਜ਼ ਦੇ ਪਲੇਟਫਾਰਮ ਦੇ ਵਿੱਚ। ਆਪਾਂ ਦੋਨੋਂ ਇਕੱਠੇ ਭਰਾਵਾਂ ਨੇ ਅੱਜ ਅਗਲੇ ਜਿਹੜੇ 30 ਮਿੰਟ ਦੇ ਵਿੱਚ ਆਪਾਂ ਨੇ ਇੱਕ ਸੋਚ ਰੱਖੀ ਸੀ, ਉਹ ਤੁਸੀਂ ਵੀ ਆਪਣੇ ਵਿਊਅਰਸ ਅੱਗੇ ਸੋਚ ਰੱਖੋ ਕਿ ਆਪਾਂ ਅਗਲੇ 25 ਮਿੰਟ ਦੇ ਵਿੱਚ ਕੀ ਆਪਾਂ ਲੋਕਾਂ ਦੀ ਸੇਵਾ ਕਰਨੀ ਆ। ਤਾਂ ਫਿਰ ਆਪਾਂ ਨਾਲ ਇਕੱਠੇ ਗੱਲ ਕਰਾਂਗੇ ਕਿ ਕੁਝ ਗੱਲਾਂ ਮੈਂ ਕਰਾਂਗਾ, ਕੁਝ ਗੱਲਾਂ ਤੁਸੀਂ ਕਰੋਗੇ, ਤਾਂ ਕਿ ਅਲਟੀਮੇਟਲੀ ਲੋਕਾਂ ਦਾ ਭਲਾ ਹੋਵੇ ਜੀ। ਵੈਲ, ਗੁੱਡ ਡੇ ਦੀਪ ਸਰ, ਥੈਂਕ ਯੂ ਸੋ ਮਚ ਫਸਟ ਆਫ ਆਲ ਕਿ ਮੈਂ ਤੁਹਾਡੇ ਬਰੋਡ ਤੇ ਤੁਹਾਡੇ ਨਾਲ ਇਹ ਪਲੇਟਫਾਰਮ ਸ਼ੇਅਰ ਕਰ ਰਿਹਾ ਵਾਂ, ਤੇ ਜਿੰਨੇ ਵੀ ਲੋਕ ਸਾਨੂੰ ਦੇਖ ਰਹੇ ਆ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਜੀ। ਸਾਨੂੰ ਥੋੜਾ ਜਿਹਾ ਮੌਕਾ ਮਿਲੇਗਾ ਕਿ ਅਸੀਂ ਇੱਕ ਦੋ ਦਿਮਾਗ, ਇੱਕ ਸੋਚ ਜਿਹੜੀ ਲੈ ਕੇ ਅਸੀਂ ਚੱਲ ਰਹੇ ਹਾਂ ਇੰਡਸਟਰੀ ਵਾਸਤੇ, ਉਹਨੂੰ ਅਸੀਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਿਸ ਤਰ੍ਹਾਂ ਕਰੀਏ। ਮਿਸਟਰ ਦੀਪ ਜੀ ਇੱਕ ਟ੍ਰਿਪਲ ਡਿਗਰੀ ਹੋਲਡਰ ਨੇ, ਰਾਈਟ। ਹੁਣ ਇਸ ਗੱਲ ਦਾ ਜ਼ਿਕਰ ਸਾਡੀ ਅੱਜ ਦੀ ਇਸ ਲਾਈਵ ਸੈਸ਼ਨ ਦੇ ਨਾਲ ਮੈਂ ਕਿਤੇ ਨਾ ਕਿਤੇ ਲਿੰਕ ਜ਼ਰੂਰ ਕਰਾਂਗਾ, ਤੇ ਸਟੂਡੈਂਟਸ ਜਿਹੜੇ ਸਾਨੂੰ ਹੁਣ ਅੱਜ ਦੀ ਸਟਰੀਮ 'ਚ ਜੁਆਇਨ ਕਰਨਗੇ, ਜਾਂ ਜਿਹੜੇ ਸਾਡੇ ਕੰਸਲਟੈਂਟਸ ਭਰਾ ਵੀ ਜੁਆਇਨ ਕਰਨਗੇ, ਅਸੀਂ ਹੋਪ ਕਰਦੇ ਹਾਂ ਕਿ ਸਾਡੀਆਂ ਅੱਜ ਦੀਆਂ ਗੱਲਾਂ ਨਾ ਕਿਸੇ ਨੂੰ ਪਿੰਚ ਹੋਣਗੀਆਂ, ਤੇ ਜੇ ਕਿਤੇ ਅਸੀਂ ਕਿਤੇ ਕੋਈ ਗਲਤ ਗੱਲ ਕਰਾਂਗੇ ਤੇ ਪਹਿਲਾਂ ਹੀ ਐਡਵਾਂਸ 'ਚ ਹੀ ਉਹਦਾ ਸੌਰੀ ਮਹਿਸੂਸ ਕਰਾਂਗੇ। ਪਹਿਲੀ ਮਾਫੀ ਮੰਗ ਲੈਂਦੇ ਹਾਂ ਕਿ ਸਾਡਾ ਟਾਰਗੇਟ ਨਹੀਂ ਹੈ ਕਿਸੇ ਵੀ ਕੰਸਲਟੈਂਟ ਭਰਾ ਨੂੰ, ਕਿਉਂਕਿ ਸਾਰੇ ਹੀ ਸਾਡੇ ਕੰਸਲਟੈਂਟ ਲੌਬੀ ਦੇ ਸਾਡੇ ਪ੍ਰੇਮ ਹੈ, ਪਿਆਰ ਹੈ, ਇੱਕੋ ਹੀ ਅਸੀਂ ਮਤਲਬ ਛੱਤ ਦੇ ਹੇਠਾਂ ਕੰਮ ਕਰਦੇ ਹਾਂ। ਤੇ ਅਸੀਂ ਕਿਸੇ ਨੂੰ, ਜਿਵੇਂ ਅਮਨਦੀਪ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ, ਕਿ ਅਸੀਂ ਕਿਸੇ ਦਾ ਕੋਈ ਹਰਟ ਕਰਨ ਦੇ ਲਈ ਨਹੀਂ ਆਏ ਇੱਥੇ। ਅਸੀਂ ਤਾਂ ਲੋਕਾਂ ਦੀ ਭਲਾ ਕਰਨ ਆਏ ਕਿ ਵੀ ਕਿਸੇ ਦਾ ਕੋਈ ਫਾਇਦਾ ਹੋ ਜਾਵੇ ਸਾਡੇ ਦੋਵਾਂ ਭਰਾਵਾਂ ਦੇ ਥਰੂ। ਹਾਂਜੀ ਭਾਜੀ, ਤੁਸੀਂ ਗੱਲ ਕਰ ਰਹੇ ਸੀ, ਪਲੀਜ਼ ਕੰਟੀਨਿਊ ਕਰੋ। ਇੰਡੀਆ ਦੇ ਵਿੱਚ ਜਿਹੜਾ ਟ੍ਰੈਂਡ ਪੰਜਾਬ ਦੇ ਵਿੱਚ ਜਿਹੜਾ ਆ ਰਿਹਾ ਵਾ ਫੋਰਨ 'ਚ ਜਾਣ ਦਾ, ਸਟੂਡੈਂਟਸ ਦਾ, ਅਕਸਰ ਆਪਾਂ ਮਿਲਦੇ ਰਹਿੰਦੇ ਹਾਂ, ਆਪਾਂ ਗੱਲਾਂ ਕਰਦੇ ਹਾਂ ਇਸ ਚੀਜ਼ ਦੇ ਬਾਰੇ। ਤੁਸੀਂ ਲੁਧਿਆਣਾ ਬੈਠੇ ਹੋ, ਕਦੀ ਤੁਸੀਂ ਸ੍ਰੀ ਗੰਗਾਨਗਰ ਜੀ ਹੁੰਦੇ ਹੋ, ਬਟ ਇੱਕ ਸਾਇਆ ਬਣ ਕੇ ਤੁਸੀਂ ਨਾ ਇੱਕ ਹੈਲਪ ਜ਼ਰੂਰ ਕਰਦੇ ਹੋ, ਹੈਨਾ। ਤੇ ਮੈਂ ਵੀ ਉਹੀ ਨੇਚਰ ਆਪਣੇ ਸੀਨੀਅਰਸ ਤੋਂ ਜਿਸ ਤਰ੍ਹਾਂ ਅਡਾਪਟ ਕੀਤਾ ਕਿ ਇੱਕ ਗਰੀਬ ਘਰ ਦਾ ਬੱਚਾ ਆ, ਅਮੀਰ ਘਰ ਦਾ ਬੱਚਾ ਆ, ਮੱਧਮ ਵਰਗ ਦਾ ਬੱਚਾ ਆ, ਅਸੀਂ ਉਹਨਾਂ ਦੇ ਪੈਸੇ ਇੱਕ ਸਹੀ ਜਗ੍ਹਾ ਤੇ ਲੱਗ ਰਹੇ ਆ, ਪਲੱਸ ਪੈਸੇ ਲਗਾਉਣ ਤੋਂ ਬਾਅਦ ਉਹਨਾਂ ਨੂੰ ਉਹ ਕੀ ਕਰ ਰਹੇ ਨੇ, ਕਿੱਥੇ ਜਾ ਰਹੇ ਨੇ, ਕੀ ਉੱਥੋਂ ਦਾ ਮਾਹੌਲ ਹੋਣਾ ਆ। ਇੰਡੀਆ ਤੋਂ ਬਾਅਦ ਇੱਕੋ ਦਮ ਮੌਸਮੀ ਤਬਦੀਲੀ, ਜ਼ਮੀਨੀ ਤਬਦੀਲੀ, ਆਸਮਾਨੀ ਤਬਦੀਲੀ ਕੀ ਆਣੀ ਆ, ਉਹਨਾਂ ਦੇ ਚੈਲੰਜ ਕੀ ਆਣੇ ਆ, ਆਪਾਂ ਉਹਨਾਂ ਸਭ ਬਾਰੇ ਗੱਲਾਂ ਕਰਾਂਗੇ, ਰਾਈਟ। ਤੇ ਮੈਂ ਆਪਣੀ, ਹੈਨਾ,
मैं एज ए सीनियर ਤੁਹਾਨੂੰ ਕਹਾਂਗਾ ਕਿ ਸ਼ੁਰੂਆਤ ਤੁਸੀਂ ਕਰੋ ਜੀ। ਪਹਿਲਾ ਗੱਲ ਕਿਹੜੀ ਹੋਣੀ ਚਾਹੀਦੀ ਹੈ ਤੇ ਅੱਧੇ ਘੰਟੇ ਚ ਆਪਾਂ ਕੋਸ਼ਿਸ਼ ਕਰਾਂਗੇ ਮੈਕਸਿਮਮ ਗੱਲਾਂ ਕਰਦੇ ਹਾਂ। ਜੀ ਮੇਰੇ ਖਿਆਲ ਚ ਨਾ, ਜੇ ਮੈਂ ਮੰਨ ਲਓ ਇੱਕ +2 ਦਾ ਸਟੂਡੈਂਟ ਹਾਂ, ਜਾਂ ਮੈਂ ਮੰਨ ਲਓ BA BCom BSc ਕੀਤੀ ਹੈ, ਮੈਂ ਗ੍ਰੈਜੂਏਸ਼ਨ ਕੀਤੀ ਹੈ, ਤਾਂ ਮੇਰਾ ਸਭ ਤੋਂ ਪਹਿਲਾ ਪੁਆਇੰਟ ਇਹ ਹੁੰਦਾ ਕਿ ਜੇ ਮੈਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਣਾ ਨਾ, ਤਾਂ ਮੈਂ ਕਿਸ ਬੰਦੇ ਨੂੰ ਆਪਣਾ ਸਾਰਥੀ ਬਣਾਵਾਂ ਕਿ ਵੀ ਉਹ ਮੈਨੂੰ ਤਰੀਕੇ ਦੇ ਨਾਲ ਜਿਹੜੀ ਮੈਂ ਕੰਟਰੀ, ਜਿਹੜੇ ਮੈਂ ਮੁਲਕ ਦੀ ਸੋਚ ਕਰਦਾ ਵਾ, ਉਹ ਮੈਨੂੰ ਬੁਝਾ ਦੇਵੇ। ਤੋ ਸਭ ਤੋਂ ਪਹਿਲਾਂ ਤਾਂ ਅਮਨ, ਹਾਂ ਹਾਂਜੀ ਹਾਂਜੀ ਪਲੀਜ਼ ਬੋਲੋ। ਬਸ ਆਪਾਂ ਸਾਰਥੀ ਲੱਭਣਾ ਕਿ ਕੰਸਲਟੈਂਟ ਵਧੀਆ ਹੋਵੇ। ਇਹ ਨਹੀਂ ਕਿ ਜਿਨ੍ਹਾਂ ਨੇ ਲਾਇਸੈਂਸ ਹੋਲਡਰ ਨੇ ਉਹੀ ਵਧੀਆ ਹੁੰਦੇ ਨੇ, ਜਿਨ੍ਹਾਂ ਕੋਲ ਨੌਲੇਜ ਵਧੀਆ ਹੈਗੀ ਆ ਉਹ ਵੀ ਚੰਗੇ ਇਨਸਾਨ ਨੇ, ਹੈਲਪ ਲਈ ਜਾ ਸਕਦੀ ਹੈ ਕਿਸੇ ਦੀ ਵੀ। ਹਾਂਜੀ ਪਲੀਜ਼, ਤੁਸੀਂ ਆਪਣੇ ਜੋ ਵਿਚਾਰ ਕਰਨਾ ਚਾਹੁੰਦੇ ਹੋ। ਦੇਖੋ ਮੈਂ ਇੱਕ ਗੱਲ ਕਹਾਂਗਾ, ਪੰਜਾਬ ਟਰੈਵਲ ਐਕਟ ਜਿਹੜਾ ਹੈਗਾ ਵਾ ਉਹਦੇ ਅਕੋਰਡਿੰਗਲੀ ਅਸੀਂ ਇੱਕ ਲਾਇਸੈਂਸਡ ਟਰੈਵਲ ਕੰਸਲਟੈਂਟ ਹੈਗੇ ਆ, ਸਟੂਡੈਂਟਸ ਨੂੰ ਉਹਦੇ ਇੰਟਰਨੈਸ਼ਨਲ ਸਟੂਡੈਂਟ ਰਿਕਰੂਟਰ ਹੈਗੇ ਆ। ਸਾਡੇ ਸਟੂਡੈਂਟ ਜਿਹੜੇ ਸਾਡੇ ਕੋਲ ਆ ਰਹੇ ਨੇ, ਉਹਨਾਂ ਦਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਕਿ ਜਿਸ ਧਰਤੀ ਤੇ ਜਾ ਕੇ ਸਾਲਾਂ ਦੀ ਮਿਹਨਤ ਮਾਰਨ ਦਾ ਜਜ਼ਬਾ ਲੈ ਕੇ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰ ਚੁੱਕੇ ਨੇ, ਕਿ ਉਹ ਆਪਣੇ ਆਪ ਨੂੰ ਕਨਵਿੰਸ ਕਰਕੇ ਬੈਠੇ ਹੋਏ ਨੇ ਕਿ ਉਹ ਜਿਸ ਸਾਰਥੀ ਨੂੰ, ਜਿਹਦੇ ਕੋਲ ਜਾ ਕੇ ਆਪਣਾ ਵਿਦੇਸ਼ਾਂ ਦਾ ਰੱਥ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਇੰਨਾ ਕੁ ਕੁਆਲੀਫਾਈਡ ਹੈਗਾ ਆ ਕਿ ਉਹ ਉਹਦੀਆਂ ਇੰਸਟੈਂਟਲੀ ਰਿਪਲਾਈ ਕਰ ਰਿਹਾ ਹੋਵੇਗਾ, ਉਹਦੀ ਅਵੇਲੇਬਿਲਿਟੀ ਹੈਗੀ ਆ। ਜੇ ਉਹ ਕਿਤੇ ਬਿਜ਼ੀ ਆ, ਉਹਦੇ ਕੋਲ ਸਟਾਫ ਇਹੋ ਜਿਹਾ ਅਵੇਲੇਬਲ ਹੈਗਾ ਵਾ ਜਿਹੜਾ ਕਿ ਸਟੂਡੈਂਟਸ ਨੂੰ ਅੱਜ ਕੱਲ ਨਾ ਕਰੇ। ਮੇਜਰ ਗੱਲ ਹੈ ਸਰ, ਮੈਂ ਕੰਸਰਨ ਜੋ ਕਰਦਾ ਹਾਂ ਕਿ ਤੁਹਾਡੇ ਕੰਸਲਟੈਂਟ ਦੀ ਕੁਆਲੀਫਿਕੇਸ਼ਨ, ਟੈਕਨੀਕਲ ਕੁਆਲੀਫਿਕੇਸ਼ਨ ਕੀ ਹੈ। ਟੈਕਨੀਕਲ ਕੁਆਲੀਫਿਕੇਸ਼ਨ ਮੀਨਸ ਕਿ ਕਿੰਨੇ ਸਾਲਾਂ ਦਾ ਤਜਰਬਾ ਹੈ। ਦੇਖੋ ਉਹ ਤਾਂ ਮਾਇਨੇ ਜ਼ਰੂਰ ਰੱਖਦਾ ਆ, ਪਰ ਕਈ ਵਾਰੀ ਸੁਣਿਆ ਹੈ ਕਿ ਇੱਕ ਤਜਰਬਾ ਤੇ ਇੱਕ ਸਿੱਖਿਆ ਜਦੋਂ ਦੋਵੇਂ ਮੇਲ ਕਰ ਜਾਂਦੇ ਆ ਨਾ, ਤੇ ਇੱਕ ਫਰੂਟ ਜ਼ਰੂਰ ਇਹੋ ਜਿਹਾ ਪੈਦਾ ਕਰਦੇ ਨੇ ਜਿਹਦਾ ਸਵਾਦ ਸਾਨੂੰ 24 ਘੰਟਿਆਂ ਚ 20 ਘੰਟੇ ਮੂੰਹ ਚ ਜ਼ਰੂਰ ਰਹਿੰਦਾ ਆ, ਹੈਨਾ। ਕੰਸਲਟੈਂਟ ਨੂੰ ਚਾਹੀਦਾ ਹੈ ਕਿ ਰਾਈਟ, ਸਟੂਡੈਂਟ ਨੂੰ ਚਾਹੀਦਾ ਹੈ ਸਭ ਤੋਂ ਪਹਿਲਾਂ ਜੀ ਇੱਕ ਚੀਜ਼ ਆ ਸਾਡੇ ਸਾਰਿਆਂ ਦੇ ਕੋਲ ਆ, ਉਸ ਚੀਜ਼ ਨੇ ਸਾਡੇ ਸਾਰਿਆਂ ਨੂੰ ਅੱਜ ਦੀ ਡੇਟ 'ਚ ਇੱਕ ਟਾਈਟਲ ਦਿੱਤਾ ਹੋਇਆ, ਭਾਵੇਂ ਆਪਾਂ ਉਸ ਟਾਈਟਲ ਦੇ ਨਾਲ ਇੱਕ ਦੂਸਰੇ ਨੂੰ ਬੁਲਾ ਰਹੇ ਹਾਂ ਕਿ ਨਹੀਂ, ਉਹਨੂੰ ਕਹਿੰਦੇ ਆ ਜੀ ਸਮਾਰਟ। ਤੇ ਜੇ ਆਪਾਂ ਸਮਾਰਟ ਦੇ ਨਾਲ ਇੱਕ ਛੋਟੀ ਚੀਜ਼ ਹੋਰ ਐਡ ਕਰਦੇ, ਉਹਨੂੰ ਕਹਿੰਦੇ ਸਮਾਰਟਫੋਨ। ਸਮਾਰਟਫੋਨ ਦੇ ਵਿੱਚ ਭਾਵੇਂ ਐਂਡਰੋਇਡ ਆ, ਭਾਵੇਂ ਗੂਗਲ ਆ ਜੀ, ਜਿਸ ਚੀਜ਼ ਨੂੰ ਦੇਖ ਕੇ ਪੜ੍ਹ ਕੇ ਆਪਾਂ ਹੁਣ ਅੱਗੇ ਲੈਂਥ ਵਧਾ ਰਹੇ ਹਾਂ ਆਪਣੇ ਗਿਆਨ ਦੀ, ਉਹਦੇ 'ਚ ਇੱਕ ਸੌਫਟਵੇਅਰ ਆ ਬਹੁਤ ਸੋਹਣਾ, ਬਹੁਤ ਪਿਆਰਾ ਸੌਫਟਵੇਅਰ ਹੈ, ਉਹਦਾ ਬਣਾਉਣ ਵਾਲਾ ਵੀ ਸਾਡਾ ਇੰਡੀਅਨ ਬੰਦਾ ਹੀ ਆ, ਮਿਸਟਰ ਪਿੱਛੇ ਹੀ, ਉਹਨੂੰ ਕਹਿੰਦੇ ਆ ਜੀ ਗੂਗਲ। ਗੂਗਲ ਸੌਫਟਵੇਅਰ ਜਿਹੜਾ ਹੈਗਾ ਵਾ, ਮੈਂ ਜੇ ਕਿਸੇ ਸਟੂਡੈਂਟ ਨੂੰ ਕਹਾਂ ਕਿ ਯਾਰ ਇੱਕ ਮੂਵੀ ਆ ਕੋਈ, ਉਹ ਦੇਖਿਓ ਨੈਟਫਲਿਕਸ ਤੇ ਹੈਗੀ ਕਿ ਨਹੀਂ, ਉਹ ਉਸੇ ਵੇਲੇ ਗੂਗਲ 'ਚ ਸਰਚ ਕਰ ਲੇਗਾ। ਬਟ ਜੇ ਆਪਾਂ ਉਸੇ ਸਟੂਡੈਂਟ ਨੂੰ ਪੁੱਛੀਏ ਕਿ ਯਾਰ ਇੱਕ ਕੰਸਲਟੈਂਟ ਆ, ਤੁਸੀਂ ਉਹਨੂੰ ਜਾਣਦੇ ਹੋ? ਉਹਨੇ ਕਹਿਣਾ ਨਹੀਂ ਅਸੀਂ ਨਹੀਂ ਜਾਣਦੇ। ਆਪਾਂ ਕਿਉਂ ਨਾ ਘਰ ਤੋਂ ਹੀ ਸਭ ਤੋਂ ਪਹਿਲਾਂ ਆਪਣੀ R&D ਸ਼ੁਰੂ ਕਰੀਏ, ਰਿਸਰਚ ਐਂਡ ਡਿਵੈਲਪਮੈਂਟ, ਹੈ ਨਾ। ਸਾਨੂੰ ਚਾਹੀਦਾ ਸਾਡੇ ਪੇਰੈਂਟਸ ਨੂੰ ਜਿਨ੍ਹਾਂ ਦੇ ਬਾਰੇ ਅਸੀਂ ਦੱਸ ਰਹੇ ਹਾਂ, ਸਿਰਫ ਉਹਨਾਂ ਦੇ ਬੋਰਡ ਤੋਂ ਇਲਾਵਾ, ਜਿਵੇਂ ਅਸੀਂ ਵੀ ਆ, ਸਾਡੇ ਬਾਰੇ ਵਿੱਚ ਪਤਾ ਆ, ਸਾਡੇ ਫੇਸਬੁੱਕ ਦਾ ਜਿਹੜਾ ਪੇਜ ਹੈਗਾ ਵਾ, ਉਹਦੇ ਉੱਤੇ ਸਿਰਫ ਵੀਜ਼ੇ ਹੀ ਵੀਜ਼ੇ ਨਜ਼ਰ ਆ ਰਹੇ ਆ, ਕਿ ਉਹਦੇ ਉੱਤੇ ਕੁਝ ਇਨਫੋਰਮੇਸ਼ਨ ਵੀ ਨਜ਼ਰ ਆ ਰਹੀ ਆ, ਕਿ ਉਹਦੇ ਦੋਵੇਂ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈਗਾ ਜੀ। ਤੁਹਾਨੂੰ ਕੋਵਿਡ ਦੇ ਦੌਰਾਨ ਕਿੰਨੇ ਬਿਲਕੁਲ ਜੀ ਪ੍ਰੈਕਟੀਕਲੀ ਗੱਲ ਕਰਾਂ, ਕੋਵਿਡ ਦੇ ਦੌਰਾਨ ਘਰ 'ਚ ਬੈਠੇ ਕੰਸਲਟੈਂਟਸ ਨੇ ਕਿੰਨੇ ਕੁ ਜਾਣੇ ਸੀ ਜਿਨ੍ਹਾਂ ਨੇ ਐਫਰਟਸ ਲਗਾ ਕੇ ਕੋਸ਼ਿਸ਼ ਕੀਤੀ ਤੁਹਾਨੂੰ ਦੱਸਣ ਦੀ। ਉਸ ਤੋਂ ਬਾਅਦ ਜਿਨ੍ਹਾਂ ਕੋਲ ਟਾਈਮ ਨਹੀਂ ਸੀਗਾ ਘਰ 'ਚ ਬੈਠ ਕੇ, ਕਿਉਂਕਿ ਕਿਸੇ ਵੇਲੇ ਫੈਮਿਲੀ ਨਾਲ ਇਨਵੋਲਵਮੈਂਟ ਹੁੰਦੀ ਆ, ਬਜਾਏ ਕਿ ਲੜੀਆਂ ਬਣਾ ਕੇ ਵੀਜ਼ਿਆਂ ਦੀਆਂ ਜਿਹੜੀਆਂ ਨਵੀਆਂ ਪਰਮਾਤਮਾ ਉਹਨਾਂ ਨੂੰ ਹੋਰ ਲੰਬੀਆਂ ਕਰੇ, ਉਹਨਾਂ ਨੂੰ ਮਿਲਦੀਆਂ ਪਈਆਂ ਨੇ, ਉਹਨਾਂ ਦੇ ਪਿੱਛੇ ਇਤਿਹਾਸ ਕੀ ਸੀਗਾ, ਕਿਹੜੀ ਪ੍ਰੋਫਾਈਲ ਦਾ, ਕਿਸ ਤਰ੍ਹਾਂ ਉਹਨਾਂ ਨੇ ਵੀਜ਼ਾ ਲਿਆ ਸੀਗਾ, ਕੰਸਲਟੈਂਟ ਕਿੱਥੋਂ ਸ਼ੁਰੂ ਹੋਇਆ ਸੀਗਾ, ਕਿੰਨੀਆਂ ਕੰਟਰੀਜ਼ ਉਹ ਟਰੈਵਲ ਕਰ ਚੁੱਕਾ ਹੋਇਆ, ਜਿਸ ਕੰਟਰੀ ਉਹ ਕੰਸਲਟੈਂਟ ਉਸ ਸਟੂਡੈਂਟ ਨੂੰ ਲੈ ਕੇ ਜਾ ਰਿਹਾ ਆ, ਉਥੋਂ ਦਾ ਐਟਮੋਸਫੇਅਰ ਕਿੱਦਾਂ ਦਾ ਆ, ਉਹਨੂੰ ਪਤਾ ਹੈ ਕਿ ਨਹੀਂ, ਸਾਰਾ ਪਤਾ ਚਾਹੀਦਾ। ਬਿਲਕੁਲ ਬਿਲਕੁਲ। ਹੁਣ ਸਰ ਇੱਕ ਛੋਟੀ ਚੀਜ਼ ਹੈ, GC ਕੀ ਕੈਨੇਡਾ ਦੀ ਆ, ਉਹਦੇ ਬਾਰੇ ਜੇ ਮੈਂ ਗੱਲ ਸ਼ੁਰੂ ਕਰਾਂ ਤੇ ਸਟੂਡੈਂਟਸ ਨੂੰ ਬਹੁਤੀਆਂ ਗੱਲਾਂ ਦੇ ਵਿਚਕਾਰ ਕਈ ਚੀਜ਼ਾਂ ਦਾ ਇਹ ਨਹੀਂ ਪਤਾ ਹੁੰਦਾ ਕਿ ਲੌਗਇਨ ਪਾਸਵਰਡ ਤੋਂ ਇਲਾਵਾ ਇੱਕ ਸਿਕਿਉਰਿਟੀ ਕੁਐਸਚਨਸ ਨਾਮ ਦੀ ਵੀ ਚੀਜ਼ ਹੁੰਦੀ ਆ। ਉਹ ਕੰਸਲਟੈਂਟ ਦੱਸਦਾ ਨਹੀਂ ਹੈ, ਉਹ ਬੜਾ ਕੰਸਲਟੈਂਟ ਬਹੁਤ ਤੇਜ਼ ਹੁੰਦਾ, ਕਹਿੰਦਾ ਦੱਸਣੇ ਨਹੀਂ ਮੈਂ। ਸੋ ਗਲਤ ਗੱਲ ਹੈ, ਮਤਲਬ ਐਵਰੀਥਿੰਗ ਸ਼ੁੱਡ ਬੀ ਸ਼ੇਅਰਡ, ਆਈ ਬਿਲੀਵ, ਹੈ ਨਾ। ਮੈਂ ਇਹ ਸਮਝਦਾ ਹਾਂ ਕਿ ਸਾਡੀ ਜਿਹੜੀ ਇਮੀਗ੍ਰੇਸ਼ਨ ਜਗਤ ਦੀ ਦੁਨੀਆ ਹੈ, ਇਹਦੇ ਵਿਚਕਾਰ ਕੋਈ ਬੈਚਲਰਸ ਇਨ ਇਮੀਗ੍ਰੇਸ਼ਨ, ਬੈਚਲਰਸ ਇਨ ਸਟੂਡੈਂਟ ਵੀਜ਼ਾ, ਮਾਸਟਰਸ ਇਨ ਹੌਲੀਡੇ ਪੈਕੇजेस, ਇਸ ਤਰ੍ਹਾਂ ਦੀ ਐਜੂਕੇਸ਼ਨ ਜੇ ਨਹੀਂ ਹੈਗੀਆਂ ਸੀਗੀਆਂ, ਤੇ ਅਸੀਂ ਇੱਕ ਟਰੈਵਲ ਟੂਰਿਜ਼ਮ ਦੀ ਐਜੂਕੇਸ਼ਨ ਜੇ ਨਹੀਂ ਕੀਤੀ, ਤੇ ਅਸੀਂ ਇੱਕ ਡਿਗਰੀ ਹੋਲਡਰ ਹੈਗੇ, ਅਸੀਂ ਕੁਆਲੀਫਾਈਡ ਹੈਗੇ ਹਾਂ। ਅਸੀਂ ਜਦੋਂ ਵੀ ਕਿਸੇ ਸਟੂਡੈਂਟ ਦੀ ਪ੍ਰੋਫਾਈਲ ਆਉਂਦੀ ਆ, ਉਹਨੂੰ ਆਪਣੇ ਉੱਤੇ ਲੈ ਕੇ ਦੇਖ ਰਹੇ ਹਾਂ ਕਿ ਹਾਂ ਵੀ ਉਹ ਕਿੱਥੇ ਜਾ ਰਿਹਾ। ਹਾਂ, ਮੈਂ ਤੁਹਾਨੂੰ ਇਹੀ ਗੱਲ ਕੀਤੀ ਜਦੋਂ ਮੈਂ ਸ਼ੁਰੂਆਤੀ ਗੱਲ ਕੀਤੀ ਹੈ ਨਾ,
ਤੇ ਮੈਂ ਇਹ ਕਿਹਾ ਕਿ ਜੇ ਮੈਂ ਪਲੱਸ 2 ਹੋਵਾਂ ਜਾਂ ਮੈਂ ਗ੍ਰੈਜੂਏਸ਼ਨ ਕੀਤੀ ਹੋਵੇ ਤਾਂ ਮੈਂ ਕਿਸ ਕਿਸਮ ਦਾ ਕੰਸਲਟੈਂਟ ਲੱਭਾਂਗਾ, ਹੈ ਨਾ। ਉਹ ਤੁਸੀਂ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਕਿ ਆਪਣੇ ਤੇ ਗੱਲ ਜੇ ਘਟਾਈ ਹੋਵੇ ਤਾਂ ਹੀ ਫਾਇਦਾ, ਹੈ ਨਾ। ਤੋ ਰਾਤੀ 9 ਵਜੇ ਲੋਕਾਂ ਦੇ ਨਾਲ ਰਾਤੀ 9 ਵਜੇ ਲੋਕਾਂ ਨਾਲ ਇੰਟਰੈਕਟ ਕਰਨ ਦਾ ਮਤਲਬ ਇਹੀ ਹੈ ਕਿ ਜਿਹੜੇ ਮਤਲਬ ਚਾਹ ਪੀ ਕੇ ਰੋਟੀ ਖਾ ਕੇ ਤੇ ਆਰਾਮ ਨਾਲ ਹੁਣ ਬੈੱਡ ਤੇ ਲੱਗੇ ਹੋਏ ਨੇ, ਹਨਾ, ਕਿ ਵੀ ਹੁਣ ਸੌਣ ਦੀ ਤਿਆਰੀ ਕਰ ਰਹੇ ਕਿ ਚਲੋ ਠੀਕ ਹੈ ਕਿ ਸੋਸ਼ਲ ਮੀਡੀਆ ਤੇ ਆ ਜਾਈਏ, ਹੈ ਨਾ, ਕਿ ਚਲੋ ਦੋ ਗੱਲਾਂ ਜੇ ਕੰਨ 'ਚ ਪੈ ਜਾਣਗੀਆਂ ਤੇ ਕੁਝ ਫਾਇਦਾ ਹੀ ਹੋਊਗਾ, ਨੁਕਸਾਨ ਨਹੀਂ ਹੁੰਦਾ। ਤਾਂ ਹੀ ਅਮਨਦੀਪ ਔਰ ਦੀਪ ਅਰੋੜਾ ਤੁਹਾਡੇ ਨਾਲ ਇੰਟਰੈਕਟਿਵ ਨੇ, ਔਰ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਇੱਕ ਕੰਸਲਟੈਂਟ ਨੂੰ ਆਪਣੇ ਤੇ ਗੱਲ ਲੈ ਕੇ ਆਉਣੀ ਚਾਹੀਦੀ ਹੈ। ਉਹ ਕਿੰਨਾ ਕੁ ਟੈਕਨੀਕਲੀ ਫਿਟ ਹੈ, ਉਹਨੂੰ ਕਿੰਨੀ ਕੁ ਨੌਲੇਜ ਹੈ। ਦੂਜਿਆਂ ਨੂੰ ਤਾਂ ਚਲੋ ਕਿਸੇ ਦੀਆਂ ਫੋਟੋਆਂ ਖਿੱਚ ਕੇ ਲਾਤੀਆਂ, ਜੋ ਕਰਦੇ ਆ ਸਾਨੂੰ ਨਹੀਂ ਪਤਾ, ਬਟ ਐਜੂਕੇਸ਼ਨਲੀ ਉਹ ਕਿੰਨਾ ਕੁ ਟੈਕਨੀਕਲੀ ਦੱਸਦੇ ਨੇ ਕਿ ਵੀ ਇਹ ਕੋਰਸ ਦੇ ਵਿੱਚ ਤੁਹਾਨੂੰ ਕਿੱਥੇ ਇਲੂਮਨੀ ਮਿਲਣੀ ਹੈ, ਕਿੱਥੇ ਤੁਹਾਨੂੰ ਕਾਲਜ ਮਿਲਣਾ, ਕਿਹੜਾ ਕੋਰਸ ਹੈ, ਉਹਦੇ ਵਿੱਚ ਤੁਹਾਨੂੰ ਕੀ PR ਹੈ, ਤੁਹਾਨੂੰ ਪੋਸਟ ਦੀ ਵਰਕ ਮਿਲਣਾ ਨਹੀਂ ਮਿਲਣਾ। ਉਹ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ। ਪਲੀਜ਼ ਕੰਟੀਨਿਊ ਕਰੋ ਇਸ ਗੱਲ ਨੂੰ, ਬੜਾ ਮਜ਼ਾ ਆ ਰਿਹਾ ਸੁਣ ਕੇ। ਮੈਂ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਫੇਰ ਯਾਦ ਕਰਾ ਰਿਹਾ ਜੀ, ਜਿਹੜੀਆਂ ਅਸੀਂ ਅੱਜ ਗੱਲਾਂ ਕਰ ਰਹੇ ਹਾਂ ਨਾ, ਉਹ ਇੱਕ ਕਿਤਾਬ ਬਣਾ ਕੇ ਨਹੀਂ ਕਰ ਰਹੇ ਹਾਂ, ਅਸੀਂ ਕੋਈ ਅਸਾਈਨਮੈਂਟ ਪੈਨ ਪੇਪਰ ਲੈ ਕੇ ਨਹੀਂ ਬੈਠੇ ਹੋਏ ਹਾਂ ਕਿ ਨਾ ਬਿਲਕੁਲ ਨਹੀਂ ਜੀ, ਬਿਲਕੁਲ। ਸਾਡੀਆਂ ਗੱਲਾਂ ਮਿਕਸ ਹੋਣਗੀਆਂ, ਸਾਡੇ ਟੌਪਿਕ ਦਾ ਕੋਈ ਟਾਈਟਲ ਨਹੀਂ ਹੋਏਗਾ, ਇੱਕ ਰੈਗੂਲਰ ਰੈਂਡਮ ਗੱਲਾਂ ਹੋਣਗੀਆਂ ਜਿਹੜੇ ਆਮ ਇਨਸਾਨ ਦੀ ਪੈਸੇ ਦੇ ਨਾਲ ਬਣੀ ਹੋਈ ਦੋਸਤੀ ਨੂੰ ਦੁਸ਼ਮਣੀ ਚ ਜੇ ਕਨਵਰਟ ਕਰ ਰਹੀ ਆ ਤੇ ਉਹਨੂੰ ਮੁੜ ਪਿਆਰ ਚ ਕਿੱਦਾਂ ਲੈ ਕੇ ਆਉਣਾ, ਉਹਨੂੰ ਵੀਜ਼ਾ ਐਪਲੀਕੇਸ਼ਨਸ ਦੇ ਦੌਰਾਨ ਅਸੀਂ ਜਿਹੜੀ ਆਮ ਗਲਤੀਆਂ ਕਰਦੇ ਨੇ, ਬਸ ਉਹ ਗਲਤੀਆਂ ਨਾ ਕਰਨ। ਜਿਹੜਾ ਆਪਣਾ ਮਕਸਦ ਹੈ ਕਿ ਜਿਹੜੇ ਸਟੂਡੈਂਟ ਜਾਂ ਕੰਸਲਟੈਂਟ ਸਾਡੀ ਲੋਬੀ ਦੇ ਭਰਾ ਗਲਤੀ ਕਰਦੇ ਨਾ ਕਰਨ, ਬਸ ਦੈਟਸ ਇਟ। ਹੋਰ ਸਾਡਾ ਕੋਈ ਮਕਸਦ ਹੀ ਨਹੀਂ ਹੈ ਜੀ, ਸਾਡਾ ਕੋਈ ਮਕਸਦ ਨਹੀਂ ਹੈਗਾ। ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ, ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਬਹੁਤ ਜ਼ਿਆਦਾ ਸਾਰਿਆਂ ਤੋਂ ਅਲੱਗ ਹੋ ਕੇ ਬੈਠੇ ਹੋਏ ਆ, ਸਾਰੇ ਕੋਲ ਵੀ ਆਉਂਦੇ ਹੋ, ਸਾਨੂੰ ਵੀ ਚੈੱਕ ਕਰੋ ਅਸੀਂ ਕੌਣ ਆ। ਅਸੀਂ 15-16 ਆਫਿਸਿਸ ਵਾਲੇ ਹੈਗੇ ਆ, ਅਸੀਂ 100-150 ਵੀਜ਼ੇ ਵਾਲੇ ਹੈਗੇ ਆ, ਅਸੀਂ 300-400 ਕੰਸਲਟੈਂਟ ਜਿਹੜੇ ਆਪਣੇ ਨਾਲ ਜੋੜ ਕੇ ਬੈਠੇ ਉਹ ਹੈਗੇ ਆ, ਅਸੀਂ ਇੱਕ ਬਿਗ ਇੰਡਸਟਰੀ ਚੇਨ ਵਾਲੇ ਹੈਗੇ ਆ, ਕਿ ਅਸੀਂ ਇੱਕ ਤੁਹਾਡੇ ਵਾਸਤੇ ਤੁਹਾਨੂੰ ਸਰਵਿਸ ਦੇਣ ਵਾਲੇ ਹੈਗੇ ਆ, ਰਾਈਟ। ਅਸੀਂ 24/7 ਤੇ ਜੇ 24/7 ਤੇ ਸਰਵਿਸ ਜੇ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਦਿਨ ਦੇ 12, 11, 8, 10 ਜਿੰਨੇ ਘੰਟੇ ਵੀ ਸਰਵਿਸ ਦੇ ਰਹੇ ਆ, ਤੁਹਾਨੂੰ ਰਿਪਲਾਈ ਕਰਨ ਵਾਲੇ ਹੈਗੇ ਆ ਕਿ ਨਹੀਂ ਹੈਗੇ। ਮੈਂ ਕਹਿੰਦਾ ਕੁਆਲਿਟੀ ਸਰਵਿਸ ਦੇ ਰਹੇ ਆ, ਜਿਹੜੀ ਗੱਲ ਦੱਸਦੇ ਕੁਆਲਿਟੀ ਦੱਸ ਰਹੇ ਆ, ਤਾਂ ਮੈਂ ਕਹਿੰਦਾ ਉਹ ਵੀ 12 ਘੰਟੇ ਵੀ 24 ਘੰਟੇ ਬਰਾਬਰ ਨੇ। ਬਿਲਕੁਲ, ਹਰੇਕ ਬੰਦੇ ਦੇ ਨਾਲ ਅਸੀਂ ਆਪਣੇ ਆਪ ਨੂੰ ਲੈ ਕੇ ਖੜੇ ਹੋ ਰਹੇ ਹਾਂ ਅੱਜ ਵੀਡੀਓ 'ਚ। ਸਾਡਾ ਕਿਸੇ ਨੂੰ ਨੀਚੇ ਦਿਖਾਉਣ ਦਾ ਮਤਲਬ ਨਹੀਂ ਹੈ ਇਸ ਵੀਡੀਓ 'ਚ। ਬਿਲਕੁਲ ਰਾਈਟ। ਹੁਣ ਇੱਕ ਗੱਲ ਮੈਂ ਹੋਰ ਕਰ ਰਿਹਾ ਜੀ, ਦੇਖੋ ਇੱਕ ਸਟੂਡੈਂਟ ਆ, ਠੀਕ ਹੈ, ਉਹ ਸਾਡੇ ਆਫਿਸ ਆਉਂਦਾ ਆ, ਉਹ ਸਾਨੂੰ ਕਹਿੰਦਾ ਹੈ ਕਿ ਅਸੀਂ 2 ਜਣੇ ਆ ਸਰ, ਸਾਡੇ ਸਰਵਿਸ ਚਾਰजेस ਕਿੰਨੇ ਹੋ ਸਕਦੇ ਆ। ਸਰ ਅਸੀਂ ਸਟੂਡੈਂਟ ਨੂੰ ਇਨਵਾਈਟ ਆਪਣੇ ਆਫਿਸ ਕਰ ਰਹੇ ਆ ਕਿ ਸਰ ਤੁਹਾਡੀਆਂ ਦੋਵਾਂ ਦੀਆਂ ਪ੍ਰੋਫਾਈਲਸ ਕੀ ਹੋ ਸਕਦੀਆਂ ਹੈ ਨਾ। ਸਰਵਿਸ ਚਾਰजेस ਤੱਕ ਤੁਸੀਂ ਪਹੁੰਚ ਰਹੇ ਹੋ ਤੇ ਸਰਵਿਸ ਚਾਰजेस ਜੋ ਕੰਪਨੀ ਦੇ ਹੋਣਗੇ, ਕੰਪਨੀ ਵੀ ਟੈਕਸ ਪੇ ਕਰਦੀ ਹੋਏਗੀ, ਉਹਨਾਂ ਦਾ ਰਿਕਾਰਡ ਕੋਈ ਹੋਏਗਾ, ਤੁਸੀਂ ਉਹਨਾਂ ਕੋਲ ਪਹਿਲੇ ਲੱਗੇ ਹੋਏ ਵੀਰੇ ਦੇਖੇ ਹੋਣਗੇ। ਹੁਣ ਇਹਦੇ 'ਚ ਆ ਕੇ ਦੇਖੋ ਕ੍ਰਿਟਿਸਿਜ਼ਮ ਕਿੱਥੇ ਸ਼ੁਰੂ ਹੁੰਦਾ ਆ, ਜਦੋਂ ਇੱਕ ਸਟੂਡੈਂਟ ਦੇ 5.5 ਇੱਕ 'ਚ ਮੋਡਿਊਲ ਆਏ ਹੁੰਦੇ ਆ, ਉਹਦੇ ਦੋਸਤ ਦੇ 5.5 2 ਮੋਡਿਊਲ ਆਏ ਹੁੰਦੇ ਆ, ਜਾਣਾ ਕੈਨੇਡਾ ਹੁੰਦਾ ਆ, ਦੋਵਾਂ ਨੇ ਫਾਈਲਿੰਗ ਫੋਰ ਐਗਜ਼ਾਮਪਲ ਇੱਥੇ ਮੌਂਟਰੀਅਲ ਦੀ ਕੀਤੀ ਹੋਈ ਹੈ ਜੀ, ਇੱਕ ਦਾ ਵੀਜ਼ਾ ਆ ਗਿਆ, ਇੱਕ ਦਾ ਵੀਜ਼ਾ ਨਹੀਂ ਆਇਆ। ਵੀਜ਼ਾ ਆਇਆ ਵੀ ਉਹਦਾ ਜਿਹਦੇ 2 'ਚ 5.5 ਬੈਂਡ ਸੀਗੇ, ਇੱਕ 'ਚ 5.5 ਨਹੀਂ ਆਇਆ, ਦੂਜੇ ਨੇ ਪੜਥੂ ਭਜਣਾ, ਦੂਜਾ ਕਿਹੜਾ ਲੈ ਵੀ ਤੁਸੀਂ ਮੇਰੇ ਨਾਲ ਗਲਤ ਕਰ ਗਏ। ਬਿਲਕੁਲ, ਇੱਕ ਕੰਸਲਟੈਂਟ ਨੇ ਤੁਹਾਡੇ ਕੋਲੋਂ, ਹੁਣ ਇਹਦੇ ਵਿੱਚ ਹੀ ਮੈਂ ਇੱਕ ਹੋਰ ਚੀਜ਼ ਐਡ ਕਰ ਰਿਹਾ, ਇਹ ਚੀਜ਼ ਨੂੰ ਕੈਨੇਡਾ ਦੇ ਸੰਦਰਭ ਵਿੱਚ ਮੈਂ ਨਹੀਂ ਐਡ ਕਰ ਰਿਹਾ, ਲੈਟਸ ਸੇ ਇਨ UK, ਲੈਟਸ ਸੇ ਇਨ ਆਸਟ੍ਰੇਲੀਆ, ਆਸਟ੍ਰੇਲੀਆ ਤੋਂ ਇਲਾਵਾ ਹੋਰ ਜੇ ਕਿਸੇ ਕੰਟਰੀ, ਕੋਈ ਯੂਰੋਪੀਅਨ ਕੰਟਰੀ ਹੈਗੀ ਆ ਯਾਰ, ਇੱਕ ਕੰਸਲਟੈਂਟ ਦੇ ਕੋਲ ਇੱਕ ਫਾਈਨੈਂਸਰ ਨਾਮ ਦਾ ਵੀ ਜੇ ਲਾਇਸੈਂਸ ਹੈਗਾ ਆ, ਤੇ ਤੁਸੀਂ ਉਹਨੂੰ ਜ਼ਿੰਮੇਵਾਰੀ ਦਿਓ ਫੰਡ ਸ਼ੋ ਕਰਾਉਣ ਦੀ। ਮੈਂ ਇਹ ਨਹੀਂ ਕਹਿੰਦਾ ਕੌਣ ਫੰਡ ਸ਼ੋ ਕਰਾ ਰਿਹਾ, ਉਹ ਗਲਤ ਕਰਾ ਰਿਹਾ, ਨਹੀਂ ਕਰਾ ਰਿਹਾ। ਅਸੀਂ ਇੱਕ ਟਰੈਵਲ ਐਕਟ ਦੇ ਅਕੋਰਡਿੰਗਲੀ, ਤੁਸੀਂ ਇੱਕ ਕੰਸਲਟੈਂਟ ਨੂੰ ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ, ਕਈ ਗੱਲਾਂ ਤੋਂ ਗੁਨੇਗਾਰ ਰਹਿੰਦੇ ਹੋ, ਤੇ ਉਹ ਕੰਸਲਟੈਂਟ ਵੀ ਕਈ ਵਾਰੀ ਗੱਲਾਂ ਨੂੰ ਨਕਾਰ ਰਿਹਾ ਹੁੰਦਾ ਹੈ, ਕਈ ਵਾਰੀ ਨਹੀਂ ਨਕਾਰ ਰਿਹਾ ਹੁੰਦਾ ਆ। ਵਿੱਚੋਂ ਕਈ ਗੱਲਾਂ ਇਹੋ ਜਿਹੀਆਂ ਪਤਾ ਲੱਗਦੀਆਂ ਜਿਹੜੀਆਂ ਫਿਰ ਅਖਬਾਰਾਂ 'ਚ ਜਿਹੜੇ ਕੰਸਲਟੈਂਟ ਮੈਂ ਅਸੀਂ ਗੱਲਾਂ ਕਰਦੇ ਆ ਜੀ, ਕਾਰ 'ਚ ਜਾ ਕੇ ਤੇ ਅਖਬਾਰ 'ਚ ਘਰੇ ਵਾਪਸ ਆਉਣਾ ਕੋਈ ਚੰਗੀ ਗੱਲ ਨਹੀਂ ਹੈ। ਨਹੀਂ ਬਿਲਕੁਲ ਸਹੀ ਗੱਲ ਹੈ, ਤੁਹਾਡੀ ਗੱਲ ਬਿਲਕੁਲ ਸੋਹਣਾ ਨੇ ਸਹੀ ਹੈ। ਮੈਂ ਅਮਨਦੀਪ ਜੀ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਇੱਕ ਗੱਲ ਇਹ 'ਚ ਨਾ ਬਹੁਤ ਇੰਪੋਰਟੈਂਟ ਐਡ ਕਰਨ ਵਾਲੀ ਹੈ, ਜਿਹੜੀ ਕਿ ਮੈਨੂੰ ਲੱਗਦਾ ਕਿ ਸਾਰੇ ਹੀ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ। ਇੱਕ ਆਮ ਤੌਰ ਤੇ ਇੱਕ ਵਰਡ ਯੂਜ਼ ਕੀਤਾ ਜਾਂਦਾ ਹੈ ਕਿ ਸਟੂਡੈਂਟ ਵੱਲੋਂ ਕਿ ਸਰ ਮੇਰੀ ਨਾ ਭੂਆ ਦਾ ਮੁੰਡਾ ਵੈਨਕੂਵਰ ਗਿਆ ਹੋਇਆ ਤੇ ਮੈਨੂੰ ਵੀ ਉੱਥੇ ਜਾਣਾ, ਪਹਿਲੀ ਗਲਤੀ। ਦੂਜੀ ਕਿ ਸਰ ਉਹਨੇ ਵੀ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਲਿਆ ਤੇ ਮੈਨੂੰ ਵੀ ਲੈ ਦਿਓ, ਚਾਹੇ ਉਹਦੀ ਨਾਨ ਮੈਡੀਕਲ ਕੀਤੀ ਹੋਵੇ ਜਾਂ ਉਹਦੀ ਮੈਡੀਕਲ ਕੀਤੀ ਹੋਵੇ, ਉਹ ਪ੍ਰੋਫਾਈਲ ਨਾਲ ਕੋਈ ਮਤਲਬ ਨਹੀਂ। ਉਹਨਾਂ ਨੂੰ ਕਹਿਣ ਦਾ ਮਕਸਦ ਇਹ ਹੈ ਕਿ ਆਹ ਜਿਹੜੀਆਂ ਆਮ ਤੌਰ ਤੇ ਗੱਲਾਂ, ਇਹਨੂੰ ਆਪਾਂ ਇਹ ਚਰਚਾ ਦਾ ਵਿਸ਼ਾ ਅਗਲੇ 2-4 ਮਿੰਟ ਲਈ ਜ਼ਰੂਰ ਬਣੇਗਾ। ਆਪਾਂ ਦੋਨੋਂ ਭਰਾ ਇਸ ਚੀਜ਼ ਨੂੰ ਦੱਸਾਂਗੇ ਕਿ ਸਾਨੂੰ ਐਟਲੀਸਟ ਜਦੋਂ ਕੋਈ ਪ੍ਰੋਫਾਈਲ ਲੈ ਕੇ ਆਉਂਦੇ ਆ ਤਾਂ ਉਹਦੀ ਇੱਕ ਇੰਡੀਵਿਜੂਅਲ ਸਕ੍ਰੂਟਨੀ ਹੁੰਦੀ ਆ
ਇਹ ਨਹੀਂ ਕਿ ਵੀ ਮੇਰਾ ਮਾਮੇ ਦਾ ਮੁੰਡਾ ਉਹ ਫਲਾਣੀ ਪ੍ਰਵਿੰਸ 'ਚ ਗਿਆ, ਫਲਾਣੀ ਸਟੇਟ ਸਿਟੀ 'ਚ ਗਿਆ ਜਾਂ ਫਲਾਣੇ ਕਾਲਜ ਗਿਆ ਤੇ ਮੈਨੂੰ ਵੀ ਉਹੀ ਕੋਰਸ ਭੇਜ ਦਿਓ। ਹੁਣ ਤੁਹਾਡੀ ਗੱਲ ਸਹੀ ਹੈ ਕਿ ਜਿੱਥੇ 5.5 ਤੇ 2 ਮੋਡਿਊਲ ਚ ਨੇ, ਇੱਕ ਜਿਹਦੇ 5.5 ਨੇ, 5.5 ਜੇ 2 ਚ ਨੇ, ਉਹਦਾ ਵੀਜ਼ਾ ਆ ਗਿਆ 5.5 ਰਹਿ ਗਿਆ। ਤਾਂ ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਕਿਸੇ ਦੀ ਕੱਟ ਕਾਪੀ ਪੇਸਟ ਕਰਦੇ ਆ, ਕਈ ਵਾਰੀ ਕਹਿੰਦੇ ਕਿ ਸਰ ਉਹਦਾ ਵੀਜ਼ਾ ਲੱਗ ਗਿਆ ਜੀ, ਮੇਰਾ ਲੱਗਿਆ। ਹੁਣ ਉਹਦੀ ਕੱਟ ਕਾਪੀ ਪੇਸਟ ਆਪਾਂ ਕਰਾਂਗੇ ਤਾਂ ਨੁਕਸਾਨ ਹੀ ਹੋਏਗਾ। ਤਾਂ ਅਮਨਦੀਪ, ਮੈਂ ਤੁਹਾਡੇ ਤੋਂ ਇੱਕ ਕੁਐਸਚਨ ਇਹੀ ਇਸ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ ਕਿ ਕਿਆ ਇਹ ਸਹੀ ਪ੍ਰੈਕਟਿਸ ਹੈ ਕਿ ਜਦੋਂ ਇੱਕ ਸਟੂਡੈਂਟ ਆਉਂਦਾ ਹੈ, ਕਿਉਂਕਿ ਆਪਾਂ ਦੇਖੋ ਸੀਰੀਜ਼ ਵਾਈਜ਼ ਗੱਲਾਂ ਕਰਨੀਆਂ ਨੇ, ਆਪਾਂ ਕੰਸਲਟੈਂਟ ਦੀ ਚੋਣ ਤੋਂ ਲੈ ਕੇ, ਕੋਰਸ ਦੀ ਚੋਣ ਤੋਂ ਲੈ ਕੇ, ਕਾਲਜ ਦੀ ਚੋਣ ਤੋਂ ਲੈ ਕੇ, ਇਲੂਮਿਨੀ ਤੋਂ ਲੈ ਕੇ, ਫਾਰਮ ਭਰਨਾ ਕਿਵੇਂ ਹੈ, ਉਹਦੀ ਜੀਸੀ ਕੀ ਤੋਂ ਲੈ ਕੇ, ਜੀਆਈਸੀ ਅਕਾਊਂਟ ਤੋਂ ਲੈ ਕੇ, ਤੇ ਆਪਾਂ ਸਾਰਾ ਫਾਰਮ ਭਰ ਕੇ ਤੇ ਕਿਹੜਾ ਪਹੁੰਚਣਾ ਕਿਵੇਂ ਹੈ ਜਾਂ XYZ ਮੁਲਕ ਚ ਪਹੁੰਚਣਾ ਕਿਵੇਂ ਹੈ, ਉਹਦੇ ਬਾਰੇ ਆਪਾਂ ਗੱਲਾਂ ਕਰਦੇ ਰਹਿਣੇ ਨੇ। ਬਟ ਇਹ ਜਿਹੜਾ ਪੁਆਇੰਟ ਹੈ ਕਿ ਜਿਹੜੇ ਕਹਿੰਦੇ ਕਿ ਵੀ ਮੇਰਾ ਜਿਹੜਾ ਰਿਸ਼ਤੇਦਾਰ ਹੈ ਉਹ ਉਸ ਪ੍ਰਵਿੰਸ ਬੈਠਾ ਹੈ ਤੇ ਮੈਨੂੰ ਭੇਜ ਦਿਓ, ਤੁਸੀਂ ਇੱਥੋਂ ਕਿੱਥੋਂ ਸਹਿਮਤ ਹੈਗੇ ਹੋ? ਐਟਲੀਸਟ ਮੈਂ ਇਸ ਗੱਲ ਤੋਂ ਸਹਿਮਤ ਨਹੀਂ ਹੈ, ਇੰਡੀਵਿਜੂਅਲ ਪ੍ਰੋਫਾਈਲ ਨਾਲ ਹੀ ਸੰਬੰਧਿਤ ਹੋਣਾ ਚਾਹੀਦਾ ਹੈ। ਪਲੀਜ਼ ਤੁਸੀਂ ਆਪਣੇ ਥੋੜੇ ਵਿਚਾਰ ਦਿਓ ਤਾਂ ਕਿ ਸਟੂਡੈਂਟ ਨੂੰ ਪਤਾ ਲੱਗੇ ਕੀ ਗਲਤੀ ਨਾ ਕਰਨ। ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਾਂ ਤੇ ਮੈਂ ਅੱਜ ਤੱਕ ਇੰਡੀਆ ਤੋਂ ਆਪਣੇ ਰਿਸ਼ਤੇਦਾਰ ਦੇ ਕੋਲੇ ਗਏ ਕਿਸੇ ਐਪਲੀਕੈਂਟ ਨੂੰ ਪਰਮਨੈਂਟ ਰੈਜ਼ੀਡੈਂਸੀ ਹੋਣ ਤੋਂ ਬਾਅਦ ਕਦੀ ਇਹ ਕਹਿੰਦੇ ਨਹੀਂ ਸੁਣਿਆ ਅਸੀਂ ਦੋਵੇਂ ਇੱਕੋ ਘਰ 'ਚ ਇਕੱਠੇ ਰਹਿ ਰਹੇ ਹਾਂ, ਸਾਡਾ ਇਕੱਠਿਆਂ ਦਾ ਬਿਜ਼ਨਸ ਆ ਤੇ ਅਸੀਂ ਭਾਈਵਾਲ ਆ ਇੱਕ ਕੰਮ ਦੇ ਵਿੱਚ। ਦੇਖੋ ਜੀ, ਆਪਣੀਆਂ ਇਹ ਜਿਹੜੀਆਂ ਕਿੰਨੀ ਵੱਡੀ ਗੱਲ ਹੈਗੀਆਂ ਵਾ ਹਨਾ, ਜੋ ਇਹ ਰੇਖਾ ਹੱਥਾਂ 'ਚ ਹੈਗੀਆਂ ਵਾ, ਇਹ ਸਾਡੇ ਨਾਲ ਜਾਣਗੀਆਂ। ਉਹਦੇ ਵਿੱਚ ਕੋਈ ਸਾਡਾ ਸਾਥੀ ਬਣ ਰਿਹਾ ਕਿ ਨਹੀਂ ਬਣ ਰਿਹਾ, ਉਹਦੇ ਬਾਰੇ ਕਿਸੇ ਦਾ ਨਾਂ ਲਿਖਿਆ ਹੋਣਾ ਇੱਕ ਬਹੁਤ ਚੰਗੀ ਗੱਲ ਹੈ, ਪਰ ਸਾਨੂੰ ਉਹਦੇ ਤੇ ਡਿਪੈਂਡੈਂਟ ਹੋ ਕੇ ਸੋਚ ਲੈ ਕੇ ਜਾਣਾ ਕੋਈ ਚੰਗੀ ਗੱਲ ਨਹੀਂ ਹੈ। ਅਸੀਂ ਪਹਿਲਾਂ ਦੇਖੋ ਕਿਸੇ ਦੇ ਘਰ ਤੇ ਜਾਈਏ, ਉਹਨਾਂ ਦੇ ਘਰ ਦੇ ਤੇ ਪਹੁੰਚੀਏ, ਜੇ ਉਹ ਦੇਖੋ ਜੀ ਹੁਣ ਆਪਾਂ ਸਿਆਣੇ ਬਜ਼ੁਰਗਾਂ ਲਈ ਗੱਲ ਕਰੀਏ ਤੇ ਜੇ ਕਿਸੇ ਨੇ ਕਿਸੇ ਦੇ ਨਾਲ ਯਾਰੀ ਲਾਉਣੀ ਆ ਤੇ ਘਰੇ ਬੈਠ ਕੇ ਉਹਨਾਂ ਦੇ ਘਰ ਮੁਹੱਲੇ ਦਾ ਅੰਦਾਜ਼ਾ ਲਗਾਈ ਜਾਵਾਂਗੇ ਤੇ ਕਦੇ ਨਹੀਂ ਪਿਆਰ ਪੈਣਾ। ਪਹਿਲਾਂ ਉਹਨਾਂ ਦੇ ਮੁਹੱਲੇ ਜਾ ਕੇ ਤਾਂ ਦੇਖੀਏ, ਪਹਿਲਾਂ ਕੈਨੇਡਾ ਪਹੁੰਚੀਏ ਤਾਂ ਸਹੀ, ਪਹਿਲਾਂ ਆਸਟ੍ਰੇਲੀਆ ਪਹੁੰਚੀਏ ਤਾਂ ਸਹੀ, ਫਿਰ ਆਪਾਂ ਉਸ ਬੰਦੇ ਨੂੰ ਹੈਲਪ ਕੀ ਲੈਣੀ ਹੈ ਕੀ ਨਹੀਂ ਲੈਣੀ ਉਹ ਤਾਂ ਦੇਖੀਏ। ਦੇਖੋ ਹੁਣ ਇੱਕ ਆਪਾਂ ਗੱਲ ਕੀਤੀ ਸੀਗੀ, ਕੋਈ ਬੰਦਾ ਉੱਥੇ ਜਾ ਕੇ ਸਟੱਡੀਜ਼ ਦੀ ਸਿਲੈਕਸ਼ਨ ਕਿੱਦਾਂ ਕਰਦਾ, ਮੈਂ ਤੁਹਾਡੀ ਇਸ ਗੱਲ ਨੂੰ ਲਿੰਕ ਕਰਦਾ ਵਾਂ ਸਟੱਡੀ ਸਿਲੈਕਸ਼ਨ ਦੇ ਨਾਲ। ਹੁਣ ਮੇਰਾ ਨਾਮ ਅਮਨ ਹੈ, ਮੇਰੇ ਕਜ਼ਨ ਦਾ ਨਾਮ ਰਮਨ ਹੈ। ਹੁਣ ਰਮਨ ਆਲਰੇਡੀ ਇੱਕ ਫੋਰਨ ਕੰਟਰੀ 'ਚ ਪਹੁੰਚ ਚੁੱਕਾ ਹੋਇਆ ਹੈ ਤੇ ਉਹਦੀ ਕੁਆਲੀਫਿਕੇਸ਼ਨ ਸੀਗੀ BSc ਨੌਨ ਮੈਡੀਕਲ ਦੀ, ਅਮਨ ਦੀ ਕੁਆਲੀਫਿਕੇਸ਼ਨ ਹੈਗੀ ਆ BSc ਮੈਡੀਕਲ ਦੀ। ਹੁਣ ਜਿਹੜੀ ਜਗ੍ਹਾ ਤੇ ਮੇਰਾ ਕਜ਼ਨ ਬੈਠਾ ਹੋਇਆ ਉੱਥੇ ਕੋਈ ਇੰਸਟੀਟਿਊਟ ਹੀ ਨਹੀਂ ਇਹੋ ਜਿਹੀ ਹੈਗੀ ਜਿਹੜੀ ਮੇਰੇ ਕੋਰਸ ਦੇ ਨਾਲ ਮੈਨੂੰ ਚੰਗੀ ਵਧੀਆ ਕੋਰਸ ਦੀ ਰੈਲੇਵੈਂਸੀ ਦੇ ਰਹੀ ਹੋਵੇ ਕਿ ਕੱਲ ਨੂੰ ਮੇਰਾ ਫਿਊਚਰ ਪਲੇਸਮੈਂਟ ਨੂੰ ਨਾਲ ਰੱਖਦੇ ਹੋਇਆ ਚੰਗਾ। ਇਹ ਸਮਝਾਏ ਇਹੀ ਸਮਝਾਉਣਾ ਬੜਾ ਔਖਾ ਹੋ ਜਾਂਦਾ ਕਿ ਸਟੂਡੈਂਟ ਨੂੰ, ਹਾਂ ਇਹ ਸਟੂਡੈਂਟ ਫਿਰ ਕਹਿੰਦਾ ਕਿ ਮੈਂ ਬਸ ਉੱਥੇ ਹੀ ਜਾਣਾ, ਉਹੀ ਕੋਰਸ ਲੈਣੇ ਨੇ। ਪਲੀਜ਼ ਸਰ ਤੁਸੀਂ ਸਮਝੇ ਨਹੀਂ ਨਾ, ਅਸੀਂ ਲੋਕ ਕਿੱਥੇ ਘੁੰਮ ਰਹੇ ਸੀਗੇ, ਅਸੀਂ ਲੋਕ ਘੁੰਮ ਰਹੇ ਸੀਗੇ ਦੇਖੋ 4 ਤਰ੍ਹਾਂ ਦੇ ਕੋਰਸਿਸ ਹੈਗੇ ਆ ਜੀ, 10 ਉਂਗਲਾਂ ਹੋਣ ਦੇ ਬਰਾਬਰ ਵੀ ਅਸੀਂ ਇੱਕ ਦਾ ਸਹਾਰਾ ਲੈ ਕੇ ਤੇ 4 ਨੂੰ ਲੈ ਕੇ ਬੈਠੇ ਸੀਗੇ। ਪਹਿਲੇ ਨੂੰ ਕਹਤਾ ਜੀ ਕੁਲਿਨਰੀ ਆਰਟਸ ਵਾਲੇ ਨੂੰ ਇਹ ਦੇ ਦੇਣਾ, ਦੂਜੇ ਨੂੰ ਕਹਿਤਾ ਜੀ ਬਿਜ਼ਨਸ ਮੈਨੇਜਮੈਂਟ ਕਮਰਸ ਵਾਲੇ ਨੂੰ ਇਹ ਦੇ ਦੇਣਾ, ਤੀਜੇ ਨੂੰ ਕਹਿਤਾ ਜੀ IT ਕੋਰਸ ਨੌਨ ਮੈਡੀਕਲ ਨੂੰ ਇਹ ਦੇਣਾ, ਤੇ ਲਾਸਟ ਵਿੱਚ ਕੀ ਰਹਿ ਗਿਆ ਜੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਮੈਡੀਕਲ ਵਾਲੇ ਨੂੰ ਆ ਦੇ ਦੇਣਾ। ਬਸ ਇਹੀ ਰੱਟਾ ਲਾ ਲਓ ਜਗਰਾਮ ਦੇ ਬਸ ਇਹ ਕੰਮ ਖਰਾਬ ਕਰਦੇ, ਇਹ ਕੰਮ ਖਰਾਬ ਕਰਦੇ। ਇਹੀ ਚੀਜ਼ਾਂ ਨਾ, ਸਾਰੇ ਕਾਲਜਿਸ ਨੇ ਇੱਕ ਪ੍ਰਾਈਵੇਟ ਕਾਲਜ ਆ, ਪਬਲਿਕ ਕਾਲਜ ਆ, ਪਬਲਿਕ ਪ੍ਰਾਈਵੇਟ ਫੰਡਡ ਕਾਲਜ ਆ। ਕੈਨੇਡਾ 'ਚ ਇਕੱਲੇ ਕੈਨੇਡਾ 'ਚ 98 ਯੂਨੀਵਰਸਿਟੀਜ਼ ਹੈਗੀਆਂ, UK 'ਚ ਯੂਨੀਵਰਸਿਟੀ ਲੈਵਲ ਹੀ ਹੈਗਾ, ਡਿਪਲੋਮਾ ਲੈਵਲ ਹੈ ਹੀ ਨਹੀਂ। USA 'ਚ ਬੈਸਟ ਰੈਂਕਿੰਗ ਯੂਨੀਵਰਸਿਟੀਜ਼ ਹੈਗੀਆਂ ਵਾ। USA ਵਿੱਚ ਯੂਨੀਵਰਸਿਟੀ ਇਹੋ ਜਿਹੀ ਹੈਗੀ ਆ ਜਿਹਦੀ ਦੀਵਾਰ ਸਾਂਝੀ ਆ ਐਪਲ ਦੇ ਨਾਲ। ਤੁਸੀਂ ਇਹ ਦੇਖੋ, ਇੱਕ ਯੂਨੀਵਰਸਿਟੀ ਇਹੋ ਜਿਹੀ ਹੈਗੀ ਆ ਜਿਹਨੂੰ ਦੇਖਣ ਵਾਸਤੇ ਹੀ ਤੁਹਾਨੂੰ $50 ਦੀ ਫੀਸ ਦੇਣੀ ਪਏਗੀ। ਇੱਕ ਯੂਨੀਵਰਸਿਟੀ ਇਹੋ ਜਿਹੀ ਹੈਗੀ ਆ ਜਿੱਥੋਂ ਦੀ ਸਪੋਰਟਸ ਕੰਪਲੈਕਸ ਏਡਾ ਵਧੀਆ ਹੈਗਾ, ਤੁਸੀਂ ਉਹਨੂੰ ਦੇਖਦੇ ਰਹਿ ਜਾਓਗੇ ਕਿ ਮੇਰਾ ਇੱਥੇ ਫਿਊਚਰ ਆ, ਕਿ ਮੈਂ ਇੱਥੇ ਇੱਕ ਡਾਕਟਰੇਟ ਬਣ ਕੇ ਜਾਣਾ ਵਾ। ਇਹ ਚੀਜ਼ਾਂ ਕਿਉਂ ਮੈਂ ਕਹਿ ਰਿਹਾ ਵਾਂ, ਇੱਕ ਕੋਰਸ ਆਉਂਦਾ ਜੀ ਹਨਾ, ਫਾਰਮਾਕੋਲੋਜੀ ਕੋਰਸਿਸ ਆਉਂਦੇ ਆ, ਇਹ ਇੰਡੀਆ 'ਚ ਰਹਿ ਜਾਂਦੇ ਆ। ਇੱਕ ਕੋਰਸ ਆਉਂਦਾ ਡੈਂਟਲ ਟੈਕਨੀਸ਼ੀਅਨ, ਇਹ ਕੀ ਗੱਲ ਇੰਡੀਆ 'ਚ ਰਹਿ ਜਾਂਦੇ ਆ। ਫੋਰਨ ਦੇ ਵਿੱਚ ਇੱਕ ਕੋਰਸ ਆਉਂਦਾ ਅੰਡਰ ਗ੍ਰੈਜੂਏਟ ਡਿਪਲੋਮਾ ਇਨ ਕ੍ਰਿਮੀਨਲ ਸਾਈਕੋਲੋਜੀ, ਪੋਸਟ ਗ੍ਰੈਜੂਏਟ ਡਿਪਲੋਮਾ ਸੌਰੀ। ਇੱਕ ਕੋਰਸ ਹੁਣ ਕਈ ਵਾਰੀ ਅਸੀਂ ਕਹਿੰਦਾ ਸੁਣਿਆ ਜੀ ਮੈਂ ਤੇ ਇੰਡੀਆ ਤੋਂ ਲਾਅ ਕੀਤੀ ਹੈ ਜੀ, ਮੇਰਾ ਤੇ ਕੋਈ ਦੂਜੇ ਮੁਲਕ ਦੇ ਕਾਨੂੰਨ ਦੇ ਨਾਲ ਲੈਣਾ ਦੇਣਾ ਹੀ ਨਹੀਂ, ਮੈਨੂੰ ਕੀ ਮਿਲੇਗਾ। ਉਹ ਭਾਈ ਸਾਹਿਬ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਪੁਲਿਸ ਐਡਮਿਨਿਸਟ੍ਰੇਸ਼ਨ ਨਾਮ ਦੀ ਕੋਈ ਚੀਜ਼ ਹੁੰਦੀ ਹੈ ਨਾ, ਕੋਈ ਕ੍ਰਿਮੀਨਲ ਕਲਰਕ ਹੁੰਦਾ, ਪੁਲਿਸ ਕਲਰਕ ਹੁੰਦਾ, ਮੈਡੀਕਲ ਵਾਲੇ ਜੀ ਸਿਰਫ ਅਰਲੀ ਚਾਈਲਡਹੁੱਡ ਰਹਿ ਗਿਆ ਜੀ, ਜਾਂ ਆਫਿਸ ਹੈਲਥ ਐਡਮਿਨਿਸਟ੍ਰੇਸ਼ਨ ਕੋਰਸ ਰਹਿ ਗਿਆ। ਉਹ ਜਨਾਬ ਐਸਥੈਟਿਸ਼ੀਅਨ ਨਾਮ ਦੀ ਕੋਈ ਚੀਜ਼ ਹੁੰਦੀ ਆ, ਉਹ ਗੋਡਿਆਂ ਦੇ ਵਿੱਚ ਪੇਚ ਪੈਂਦੇ ਆ, ਉਹਨਾਂ ਦੇ ਵੀ ਟੈਕਨੀਕਲ ਕੋਰਸ ਹੁੰਦੇ ਆ। ਜੇ ਤੁਸੀਂ ਸੁਪਰ ਮੈਡੀਕਲ ਮੈਥਮੈਟਿਕਲ ਦੇ ਨਾਲ ਉਹ ਵੀ ਕੋਰਸ ਹੈਗੇ ਆ। ਇਹ ਕਿਉਂ ਹੋ ਰਿਹਾ? ਸਕੋਪ ਡਿਗਰੀ ਕੀ ਆ?
ਕੋ-op ਡਿਗਰੀ ਸਮਝਾਣੀ ਮੇਰੇ ਖਿਆਲ ਦੇ ਨਾਲ ਮੈਂ ਬਹੁਤ ਰੇਅਰਲੀ ਸੁਣਿਆ ਵਾ ਕਿਸੇ ਕੰਸਲਟੈਂਟ ਨੂੰ ਇਹਦੇ ਬਾਰੇ ਗੱਲ ਕਰਦੇ ਆ। ਹੋ ਸਕਦਾ ਉਹਨਾਂ ਨੇ ਗੱਲ ਕੀਤੀ ਹੋਵੇ ਤੇ ਕਿਸੇ ਨੇ ਗੌਰ ਨਾ ਦਿੱਤਾ ਹੋਵੇ। ਉਹ ਤੁਹਾਡੀ ਪੜ੍ਹਾਈ ਦੇ ਵਿੱਚ ਹੀ ਤੁਹਾਡੀ ਪੜ੍ਹਾਈ ਦਾ ਮਤਲਬ ਦੇ ਨਾਲ ਹੀ ਪਲੇਸਮੈਂਟ ਕਰਾਉਣੀ ਆ। ਹੋ ਸਕਦਾ ਪੇਡ ਵੀ ਹੋ ਜਾਵੇ ਤੇ ਉਹੀ ਪਲੇਸਮੈਂਟ ਤੁਹਾਨੂੰ ਸੈਟਲਮੈਂਟ ਨੂੰ ਵੀ ਪਹੁੰਚ ਜਾਵੇ। ਅਲੱਗ-ਅਲੱਗ ਕੋਰਸਿਸ ਨੇ। ਹਾਰਟੀਕਲਚਰ ਨਾਮ ਦਾ ਇੱਕ ਕੋਰਸ ਹੁੰਦਾ ਸੀ ਜੀ ਆਸਟ੍ਰੇਲੀਆ 'ਚ, ਰੁਲ ਗਿਆ ਕਹਿੰਦੇ। ਹੁਣ ਇੱਕ ਬੰਦੇ ਇੱਥੋਂ ਜਾਂਦੇ ਨਹੀਂ, ਉੱਥੋਂ ਆਰਟਸ ਕੀਤਾ ਆ ਜੀ, ਕਿਹੜਾ ਕੋਰਸ ਕਰੀਏ ਯਾਰ? ਆਰਟਸ ਦੇ ਵਿੱਚ ਵੋਕੇਸ਼ਨਲ ਕੋਰਸਿਸ ਬੜੇ ਆ ਜਾਂਦੇ ਆ। ਤੁਹਾਡੇ ਕੋਲ ਤੁਹਾਡੀ ਪ੍ਰੋਫਾਈਲ 'ਚ 3 ਸਾਲ ਦਾ ਗੈਪ ਆ, ਬਟ 3 ਸਾਲ 'ਚ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈਗਾ ਸੀਗਾ ਕਿ ਤੁਸੀਂ ਇੱਕ ਮਿਊਜ਼ੀਸ਼ੀਅਨ ਸੀਗੇ, ਤੁਸੀਂ ਪਿਆਨੋ ਪਲੇਅਰ ਸੀਗੇ। देयर आर heaps of vocational institutes in all the countries, है ना? ਇਹਦੇ ਨਾਲ ਹੁਣ ਦੇਖੋ ਦੀਪ, ਤੁਸੀਂ ਇਹ ਤੇ ਮੈਂ ਗੱਲ ਕੀਤੀ ਸਟੱਡੀ 'ਚ ਕੋਰਸਿਸ ਦੇ ਨਾਲ, ਆਪਾਂ ਗੱਲ ਕੀਤੀ ਕੰਸਲਟੈਂਟਸ ਦੇ ਮੈਨਰਿਜ਼ਮ ਇਨ ਟਰਮਸ ਆਫ ਟੈਕਨੀਕਲ ਨੌਲੇਜ ਦੇ ਨਾਲ। ਫਿਰ ਆਪਾਂ ਦੁਬਾਰਾ ਕੰਸਲਟੈਂਟ ਤੇ ਆਉਂਦੇ ਆ, ਅਸੀਂ ਆਪਣੇ ਉੱਤੇ ਆਉਂਦੇ ਆ, ਮਤਲਬ ਸਾਰੇ ਤੁਸੀਂ ਇੱਕ ਪ੍ਰੋਫਾਈਲ ਆ ਰਹੀ ਹੈ, ਤੁਹਾਡੇ 7 ਬੈਂਡ ਆ, ਤੁਸੀਂ ICSE ਕੀ BSc ਕੀਤੀ ਆ, ਤੁਸੀਂ ਡਿਸਟੈਂਸ ਐਜੂਕੇਸ਼ਨ ਕੀਤੀ ਆ ਕਿ ਤੁਸੀਂ ਰੈਗੂਲਰ ਕੀਤੀ ਆ, ਤਾਂ ਇੰਸਟੈਂਟ ਕੀ ਜਵਾਬ ਮਿਲ ਰਿਹਾ? ਤੁਸੀਂ ਜਦੋਂ ਕਿਸੇ ਆਫਿਸ 'ਚ ਗਏ ਹੋ ਬੱਚੇ, ਇੱਕ ਚੀਜ਼ ਨੋਟਿਸ ਕਰੋ, ਤੁਸੀਂ ਆਪਣੀ ਪ੍ਰੋਫਾਈਲ ਡਾਕੂਮੈਂਟ ਲੈ ਕੇ ਜਾਂਦੇ ਹੋ। ਤੁਹਾਨੂੰ ਕਦੀ ਇਹ ਕਿਸੇ ਨੇ ਕਿਹਾ ਵਾ ਇਹ ਕਾਲਜਿਸ ਨੇ, ਇਹ ਯੂਨੀਵਰਸਿਟੀਜ਼ ਆ, ਇਹ ਕੋਰਸਿਸ ਆ, ਇਹ ਲੋਕੇਸ਼ਨ ਆ, ਇਹ ਫੀਸ ਆ, ਠੀਕ ਹੈ ਜੀ? ਇਹਦੇ ਨਾਲ ਤਾਂ ਰੈਲੇਵੈਂਟ ਤੈਨੂੰ ਮਿਲ ਸਕਦਾ ਹੀ। ਮੈਂ ਫੇਰ ਅਸੀਂ ਆਪਣੇ ਆਪ ਦੀ ਗੱਲ ਰੱਖਦੇ ਹਾਂ। ਹੁਣ ਮੈਨੂੰ 1-2 ਘੰਟੇ ਦੇ ਦੇ, ਅੱਜ ਦਾ ਦਿਨ ਦੇ ਦੇ, 7 ਸਮੁੰਦਰ ਪਾਰ ਜਾਣਾ ਬੱਚੇ, 7 ਘੰਟਿਆਂ ਦਾ ਟਾਈਮ ਦੇ, ਤੈਨੂੰ ਐਕੂਰੇਟ ਦਿੰਨਾ ਤੇਰੀ ਮੈਂ ਅਸੈਸਮੈਂਟ। ਕੱਲ ਤੱਕ ਹੀ ਤੇਰੇ ਇਨਬਾਕਸ WhatsApp ਜੋ ਮਰਜ਼ੀ ਹੈਗਾ ਵਾ, ਤੁਸੀਂ ਇਹ 'ਚ ਸਿਲੈਕਟ ਕਰਕੇ ਦਿਓ ਕਿ ਤੁਸੀਂ ਉਹਨਾਂ ਕੋਲ ਜਾ ਰਹੇ ਹੋ ਜਿਹੜੇ ਕਹਿਣਗੇ ਇਹਨਾਂ ਨੂੰ ਪਾ ਦਿਓ ਡਿਪਲੋਮਾ 'ਚ ਉਹ ਵਾਲੇ ਕਾਲਜ 'ਚ, ਇਹਨਾਂ ਨੂੰ ਪਾ ਦਿਓ ਤੁਸੀਂ ਡਿਗਰੀ 'ਚ ਉਹ ਵਾਲੇ ਯੂਨੀਵਰਸਿਟੀ 'ਚ। ਇਸ ਤਰ੍ਹਾਂ ਨਹੀਂ ਗੱਲ ਹੈਗੀ ਨਾ। ਇਹੀ ਹੋ ਰਿਹਾ ਨਾ ਤੁਸੀਂ ਆਪਣਾ, ਇਹੀ ਹੋ ਰਿਹਾ ਸਹੀ ਗੱਲ। ਅਸਲ 'ਚ ਅਮਨ, ਸਾਡਾ ਆਪਸ ਦੇ ਵਿੱਚ ਜਿਹੜੀ ਗੱਲ ਕਰਨ ਦਾ ਮਕਸਦ, ਔਰ ਤੁਸੀਂ ਬਹੁਤ ਹੀ ਪਿਆਰੀਆਂ ਔਰ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਨੇ, ਪ੍ਰੈਕਟੀਕਲ ਗੱਲਾਂ ਕੀਤੀਆਂ ਨੇ, ਜਿਹੜੀ ਕਿ ਹਰ ਇੱਕ ਸਟੂਡੈਂਟ ਦੇ ਬਹੁਤ ਕੰਮ ਆਉਣਗੀਆਂ। ਸਾਡਾ ਜਿਹੜਾ ਆਪਸ ਦੇ ਵਿੱਚ ਲਾਈਵ ਹੁੰਦਾ ਤੇ ਲੋਕਾਂ ਨਾਲ ਇੰਟਰੈਕਟ ਹੋਣ ਦਾ ਕਾਰਨ ਇਹੀ ਹੈ ਕਿ ਸਿਰਫ ਔਰ ਸਿਰਫ ਆਰਟਸ ਦੇ ਵਿੱਚ ਜਨਰਲ ਆਰਟਸ ਜਾਂ ਐਸੋਸੀਏਟਸ ਆਰਟਸ ਨਹੀਂ ਹੈਗੀਆਂ। ਜੇ ਤੁਸੀਂ ਸਿਰਫ ਕਮਰਸ ਔਰ ਸਿਰਫ ਅਕਾਊਂਟਸ ਫਾਈਨਾਂਸ ਦੇ ਕੋਰਸ ਨਹੀਂ ਹੁੰਦੇ, ਹੋਰ ਵੀ ਮੈਂ ਕਹਿੰਦਾ ਕਿ ਕੁਝ ਐਸੇ ਕਾਲਜਿਸ ਨੇ ਜਿਨ੍ਹਾਂ ਕੋਲ 1500 ਕੋਰਸਿਸ ਨੇ। ਕੈਨ ਯੂ ਇਮੇਜਿਨ? ਜਿਹੜੇ ਪ੍ਰਾਈਵੇਟ ਕਾਲਜ ਨੇ ਉਹ 4 ਕੋਰਸਿਸ ਲੈ ਕੇ ਤੁਰ ਪੈਂਦੇ ਨੇ, ਰਾਈਟ? ਜਿਹੜੇ ਪਬਲਿਕ ਫੰਡਡ ਕੋਰਸਿਸ ਕਾਲਜਿਸ ਨੇ 1500 ਤੋਂ 1700 ਕੋਰਸਿਸ ਨੇ ਸਿਰਫ ਔਰ ਸਿਰਫ ਮੈਡੀਕਲ ਦੇ ਵਿੱਚ। ਜੇ ਆਪਾਂ ਜਿਵੇਂ ਤੁਸੀਂ ਕਿਹਾ ਕਿ ਆਪਾਂ ਅਰਲੀ ਚਾਈਲਡ ਐਜੂਕੇਸ਼ਨ ਦੇਖਣਾ ਹੈ, ਉਹਦੇ ਨਾਲ ਆਪਾਂ ਕੋਲ ਜੈਰੈਂਟੋਲੋਜੀ ਵੀ ਹੈ, ਕਾਈਨਸੀਓਲੋਜੀ ਵੀ ਹੈ, ਸਾਡੇ ਕੋਲ BPT ਦੇ ਕੋਰਸਿਸ ਨੇ, ਲੈਬੋਰਟਰੀ ਟੈਕਨੀਸ਼ੀਅਨਸ ਦੇ ਕੋਰਸ ਹੈਗੇ ਨੇ। ਜਿਹੜੇ ਸੋ ਮੈਨੀ ਕੋਰਸਿਸ। ਤੁਸੀਂ ਆਪਣਾ ਇੰਟਰਸਟ ਦੱਸੋ। ਹੁਣ ਤੁਸੀਂ ਆਪਣੇ ਇੰਟਰਸਟ ਨੂੰ ਕਾਪੀ ਕਰ ਰਹੇ ਹੋ ਆਪਣੇ ਭੂਆ ਦੇ ਮੁੰਡੇ ਦੇ ਨਾਲ, ਉਹਦਾ ਫਿਊਚਰ ਹੋਰ ਹੈ, ਉਹਦੀ ਸੋਚ ਹੋਰ ਹੈ। ਅਸੀਂ ਕਿਉਂ ਆਪਣੀ ਕਾਪੀ, ਆਪਣੀ ਜਿਹੜੀ ਜ਼ਿੰਦਗੀ ਦੀ ਕਾਪੀ ਹੈ ਉਹ ਕਿਸੇ ਅੱਗੇ ਰੱਖ ਦਈਏ? ਤੁਸੀਂ ਆਪ ਇੱਕ ਯੂਨੀਕ ਹੋ, ਤੁਹਾਡੀ ਆਪਣੀ ਇੱਕ ਪੜ੍ਹਾਈ ਹੈ, ਤੁਸੀਂ ਜਿਹਨੇ ਮਾਰਕਸ ਲਏ ਹੋਏ ਆ, ਤੁਸੀਂ ਜਿਹੜੀ ਮੈਰਿਟ ਲਈ ਹੋਈ ਹੈ, ਫਿਰ ਤੁਹਾਡੇ ਕੋਲ ਕਿੰਨਾ ਪੈਸਾ ਹੈਗਾ, ਤੁਹਾਡੇ ਪੇਰੈਂਟਸ ਦਾ ਫਾਈਨੈਂਸ਼ੀਅਲ ਸਟਰਕਚਰ ਕੀ ਹੈ, ਤੁਹਾਡੀ ਗੋਲ ਕੀ ਨੇ, ਤੁਹਾਡੇ ਸ਼ਾਰਟ ਟਰਮ ਲੌਂਗ ਟਰਮ ਗੋਲ ਕੀ ਨੇ। ਜਿਹੜੇ ਸੋ ਮੈਨੀ ਫੈਕਟਰਸ ਇੱਕ ਕੰਸਲਟੈਂਟ ਨੂੰ ਇਹ ਸੋਚਣਾ ਚਾਹੀਦਾ ਹੈ। ਹੁਣ ਦੇਖੋ ਲੁਧਿਆਣੇ ਵਿੱਚ ਅਪਰੋਕਸੀਮੇਟਲੀ 1100 ਕੰਸਲਟੈਂਟ ਰਜਿਸਟਰਡ ਨੇ। ਪੂਰੇ ਪੰਜਾਬ ਦੀ ਗੱਲ ਕਰਾਂ ਤੇ 16,500 ਦੇ ਕਰੀਬ ਜਿਹੜਾ ਸਰਕਾਰੀ ਕੰਸਲਟੈਂਟ ਆ। ਬਾਕੀ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਆ ਉਹ ਕਿੰਨਾ ਕੰਮ ਕਰ ਰਹੇ ਆ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਾਂਗੇ, ਪਰ 16,500 ਕੰਸਲਟੈਂਟ ਜੇ ਪੰਜਾਬ ਦੇ ਵਿੱਚ ਬੈਠਾ ਹੈ। ਤੇ ਅਸੀਂ ਜਿਵੇਂ ਤੁਸੀਂ ਬੜੀ ਪਿਆਰੀ ਗੱਲ ਕੀਤੀ ਸੀ ਕਿ ਜਦੋਂ ਆਪਾਂ ਕਿਸੇ ਇਲੈਕਟ੍ਰੋਨਿਕ ਚੀਜ਼ ਦੀ ਸਰਚ ਕਰਨੀ ਹੁੰਦੀ ਹੈ ਤਾਂ ਫਟਾਫਟ ਆਪਾਂ ਗੂਗਲ ਖੋਲ ਕੇ ਜਾਂ ਆਪਾਂ ਕੁਝ ਐਂਡਰੋਇਡ ਲੈ ਕੇ ਤੇ ਆਪਾਂ ਉਸ ਚੀਜ਼ ਨੂੰ ਲੱਭ ਸਕਦੇ ਹਾਂ। ਕਿ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ ਕਿ ਅਸੀਂ ਇੱਕ ਚੰਗੇ ਕੰਸਲਟੈਂਟ ਨੂੰ, ਜਿਹਨੂੰ ਕਿ ਐਟਲੀਸਟ ਉਸ ਕੰਟਰੀ ਦੇ ਮਾਹੌਲ ਬਾਰੇ ਪਤਾ ਹੋਵੇ, ਉਸ ਕਾਲਜ ਬਾਰੇ ਪਤਾ ਹੋਵੇ, ਉਸ ਕੋਰਸ ਬਾਰੇ ਪਤਾ ਹੋਵੇ, ਅੱਗੋਂ ਉਹਦਾ ਫਿਊਚਰ ਜਿਹੜਾ ਅਗਲੇ 5 ਸਾਲ ਦਾ ਫਿਊਚਰ, ਜਿਹਨੂੰ ਆਪਾਂ ਸ਼ਾਰਟ ਟਰਮ ਗੋਲ ਕਹਿੰਦੇ ਆ, ਉਹਦੇ ਬਾਰੇ ਪਤਾ ਹੋਵੇ ਕਿ ਐਟਲੀਸਟ CEC ਕੈਟਾਗਰੀ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਕਿਆ ਉਹਦੀ PR ਹੋ ਸਕਦੀ, ਜੇ ਪੋਸਟ ਗ੍ਰੈਜੂਏਟ ਵਰਕ ਮਿਲਦਾ ਕਿ ਨਹੀਂ ਮਿਲਦਾ, ਤਾਂ ਕਿੰਨੇ ਘੰਟੇ ਦੀ ਸਟੱਡੀ ਕਰਨੀ ਹੈ ਔਰ ਕਿੰਨਾ ਕ੍ਰੈਡਿਟ ਪੁਆਇੰਟ ਚਾਹੀਦਾ। ਦੇयर आर ਸੋ ਮੈਨੀ ਥਿੰਗਸ, है ना, कि कंसल्टेंट ਨੂੰ ਐਟਲੀਸਟ ਪਤਾ ਚਾਹੀਦਾ ਔਰ ਸਟੂਡੈਂਟ ਨੂੰ ਵੀ ਆਪਣੇ ਲੈਵਲ ਤੇ ਹੋਮਵਰਕ ਕਰਨਾ ਚਾਹੀਦਾ। ਹਾਂਜੀ ਪਲੀਜ਼ ਅਮਨ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਤੁਹਾਡੀ ਇਸ ਗੱਲ ਦੇ ਨਾਲ ਇੱਕ ਹੋਰ ਗੱਲ ਜੋੜ ਰਿਹਾ, ਅੱਜ ਮੇਰੇ ਪ੍ਰੈਕਟੀਕਲੀ ਦਿਮਾਗ 'ਚ ਆ ਰਹੀ ਸੀਗੀ। ਦੇਖੋ, ਜੇ ਕੰਪੀਟੀਸ਼ਨ ਨਾਮ ਦੀ ਇੱਕ ਚੀਜ਼ ਹੈ ਜੀ, ਕੰਪੀਟੀਸ਼ਨ ਹਰ ਇੱਕ ਲਾਈਫ 'ਚ ਵੀ ਹੁੰਦਾ ਹੈ, ਬਿਜ਼ਨਸ 'ਚ ਵੀ ਹੁੰਦਾ ਹੈ, ਸਟੂਡੈਂਟ ਵਿੱਚ ਵੀ ਲਾਈਫ ਹੁੰਦਾ ਵਾ, ਤੇ ਪ੍ਰੋਫੈਸ਼ਨਲ ਬਿਜ਼ਨਸ ਵੀ ਹੁੰਦਾ ਹੈ ਨਾ। ਜੇ ਕਿਤੇ ਸਟੂਡੈਂਟਸ ਇਸ ਚੀਜ਼ ਨੂੰ ਦੇਖੋ, ਇੱਕ ਕੰਸਲਟੈਂਟ ਹੈਗਾ ਆ ਜੀ, ਹੁਣ ਉਹ ਕੰਸਲਟੈਂਟ ਦਾ ਅਸੀਂ ਰਿਵਿਊ ਦੇਖਣਾ, ਅਸੀਂ ਇੱਕ ਮੂਵੀ ਦੇਖਣ ਜਾਂਦੇ ਆ,
6 ਦਿਨ ਪਹਿਲਾਂ ਰਿਲੀਜ਼ ਹੋਈ ਹੁੰਦੀ ਆ, ਅਸੀਂ ਗੂਗਲ ਤੇ ਤਾਂ ਰਿਵਿਊ ਦੇਖ ਲੈਂਦੇ ਹਾਂ, ਉਸ ਹਿਸਾਬ ਦੇ ਨਾਲ ਡਿਸਾਈਡ ਕਰਦੇ ਹਾਂ ਕਿ ਟਿਕਟ ਪਰਚੇਸ ਕਰਨੀ ਹੈ ਕਿ ਨਹੀਂ ਕਰਨੀ ਹੈ ਨਾ। ਉਸੇ ਤਰੀਕੇ ਦੇ ਨਾਲ ਕੰਸਲਟੈਂਟਸ ਦਾ ਰਿਵਿਊ ਚੈੱਕ ਕਰ ਲਵੋ, ਹੈ ਨਾ। ਉਹਦੇ ਨਾਲ ਕੀ ਹੋਏਗਾ, ਸਾਡੀ ਦੁਨੀਆ, ਸਾਡੇ ਕੰਸਲਟੈਂਟਸ ਦੁਨੀਆ ਦੇ ਵਿਚਕਾਰ ਅਸੀਂ ਲੋਕ ਇੱਕ ਚੀਜ਼ ਨੂੰ ਕੰਪੀਟੀਸ਼ਨ 'ਚ ਸਿਰਫ ਇੱਕ ਦੂਸਰੇ ਦੀ ਜਿੱਤ ਪ੍ਰਾਪਤੀ ਦੇ ਨਾਲ ਨਹੀਂ ਚੱਲਾਂਗੇ, ਅਸੀਂ ਆਪਣੇ ਆਪਣੇ ਸਟੈਂਡਰਡਸ ਮੇਨਟੇਨ ਕਰਨ ਨੂੰ ਚੱਲਾਂਗੇ। ਹੋ ਸਕਦਾ ਕੋਈ ਇੰਨਾ ਜ਼ਿਆਦਾ ਆਕੂਪਾਈਡ ਹੋਵੇ ਆਪਣੇ ਕੰਮ 'ਚ ਕਿ ਉਹ ਚੀਜ਼ ਭੁੱਲ ਚੁੱਕਾ ਹੋਵੇ ਕਿ ਉਹਦੀ ਕੁਆਲਿਟੀ ਜਿਹੜੀ ਉਹ ਬਾਹਰ ਦਿਖਾਈ ਨਹੀਂ ਦੇ ਰਹੀ, ਤੇ ਉਹਦੇ ਵਿਚਾਰੇ ਦੀ ਕੁਆਲਿਟੀ ਨਾ ਦਿਖਾਈ ਦੇਣ ਲੱਗੇ ਉਹ ਕਲਾਇੰਟ ਕਿਸੇ ਦੂਸਰੇ ਕੋਲ ਜਾ ਕੇ ਖੱਜਲ ਹੋ ਰਿਹਾ, ਤੇ ਬਾਅਦ 'ਚ ਪਤਾ ਲੱਗਦਾ ਸੀਗਾ ਕਿ ਇਹ ਚੀਜ਼ਾਂ ਪ੍ਰੈਕਟੀਕਲ ਐਥਿਕਸ ਦੇ ਅਗੇਂਸਟ ਸੀਗੀਆਂ, ਰਾਈਟ। ਆਪਾਂ ਅੱਗੇ ਚੱਲਦੇ ਹਾਂ, ਆਪਾਂ ਜਿਆਦੀਆਂ ਗੱਲਾਂ ਵੀ ਕੰਸਲਟੈਂਟਸ ਦੇ ਬਾਰੇ ਹੀ ਨਹੀਂ ਕਰੀਆਂ, ਆਪਾਂ ਸਟੂਡੈਂਟਸ ਦੇ ਫਿਊਚਰ ਬਾਰੇ ਵੀ ਕਰੀਏ। ਹਾਂ ਬਿਲਕੁਲ, ਕਿਉਂਕਿ ਦੇਖੋ ਨਾ, ਜਿਵੇਂ ਆਪਾਂ ਕਹਿੰਦੇ ਕਿ ਪੋਜ਼ਿਟਿਵ ਤੇ ਨੈਗੇਟਿਵ ਜਦੋਂ ਮਿਲਦੇ ਨੇ ਤਾਂ ਹੀ ਲਾਈਟ ਜਗਦੀ ਹੈ। ਤਾਂ ਕੰਸਲਟੈਂਟ ਤੇ ਜਿਹੜਾ ਸਟੂਡੈਂਟ ਹੈ ਉਹ ਇਕੱਠੇ ਕੁਆਲਿਟੀ ਵਾਲੇ ਹੋਣ ਤਾਂ ਫਿਊਚਰ ਕੰਸਲਟੈਂਟ ਦਾ ਵੀ ਬਣੂਗਾ ਔਰ ਸਟੂਡੈਂਟ ਵੀ ਬਣੂਗਾ, ਦੋਨੋਂ ਦਾ ਬਣੂਗਾ। ਸੋ ਲੌਂਗ ਟਰਮ ਜਿਹੜੇ ਕੰਸਲਟੈਂਟ ਹੁੰਦੇ ਨੇ, ਅਸੀਂ ਤਾਂ ਦੇਖੋ ਤੁਸੀਂ ਵੀ ਮੇਰੇ ਕੰਸਲਟੈਂਟ ਲੌਬੀ ਦੇ ਵਿੱਚ ਮੇਰੇ ਬਹੁਤ ਕਲੋਜ਼ ਹੋ, ਮੇਰੇ ਬ੍ਰਦਰ ਹੋ। ਤੋ ਏਦਾਂ ਹੀ ਸਾਡਾ ਨਾ 16,500 ਜਿਹੜਾ ਕੰਸਲਟੈਂਟ ਹੈ ਉਹ ਸਾਡੀ ਲੌਬੀ ਦਾ ਹੈ, ਕਿਸੇ ਨਾਲ ਸਾਡਾ ਕੋਈ ਕੰਪੀਟੀਸ਼ਨ ਨਹੀਂ ਹੈ। ਅਸੀਂ ਤਾਂ ਕਹਿੰਦੇ ਕਿ ਇੱਕ ਛੱਤ ਤੇ ਆ ਕੇ ਅਸੀਂ ਸਟੂਡੈਂਟ ਦਾ ਭਲਾ ਕਰੀਏ। ਜਿਵੇਂ ਅਮਨਦੀਪ ਸਾਹਮਣੇ ਆਏ ਨੇ ਰਾਤੀ 9 ਵਜੇ ਆਪਣਾ ਸਾਰਾ ਖਾਣਾ ਪਾਣੀ ਛੱਡ ਕੇ ਕਿ ਅਸੀਂ ਲੋਕਾਂ ਦੇ ਨਾਲ ਗੱਲ ਕਰਨੀ ਹੈ ਕਿ ਲੋਕਾਂ ਦਾ ਫਾਇਦਾ ਹੋਵੇ, ਹੈ ਨਾ। ਤਾਂ ਮਕਸਦ ਇਹੀ ਹੈ ਕਿ ਕੰਸਲਟੈਂਟ ਦਾ ਵੀ ਫਾਇਦਾ ਹੋਵੇ ਤੇ ਸਟੂਡੈਂਟ ਦਾ ਫਾਇਦਾ ਹੋਵੇ। ਕੰਸਲਟੈਂਟ ਨੂੰ ਆਪਣੀ ਨੌਲੇਜ ਨੂੰ ਅਪਡੇਟ ਕਰਨਾ ਹੀ ਪੈਣਾ। ਸੋ ਜਿਹੜੀ ਆਪਾਂ ਸੀਰੀਜ਼ ਸਟਾਰਟ ਕੀਤੀ ਹੈ ਨਾ ਅਮਨਦੀਪ ਜੀ, ਮੈਂ ਸਿਰਫ ਇੱਕ ਮਿੰਟ ਇਹਦੇ ਵਿੱਚ ਐਡੀਸ਼ਨ ਕਰਾਂਗਾ ਤਾਂ ਕਿ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਐਟਲੀਸਟ ਇਹ ਪਤਾ ਲੱਗ ਜਾਵੇ ਵੀ ਸਾਡਾ ਅਸੀਂ ਅੱਗੇ ਕਿਵੇਂ ਸੀਰੀਜ਼ ਚਲਾਉਣੀ ਹੈ। ਕਿਉਂਕਿ 26 ਮਿੰਟ ਹੋ ਚੁੱਕੇ ਨੇ, ਸਾਡੇ ਕੋਲ 4-5 ਮਿੰਟ ਮੈਕਸਿਮਮ ਹੈਗੇ ਨੇ। ਇਸ ਟਾਈਮ ਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਜਿਵੇਂ ਅਸੀਂ ਕੰਸਲਟੈਂਟ ਬਾਰੇ ਗੱਲ ਕੀਤੀ ਕਿ ਕੰਸਲਟੈਂਟ ਕੈਸਾ ਹੋਣਾ ਚਾਹੀਦਾ ਹੈ, ਅਗਲੇ ਸੈਸ਼ਨ ਦੇ ਵਿੱਚ ਜਦੋਂ ਅਸੀਂ ਅਗਲੇ ਸ਼ਨੀਵਾਰ ਨੂੰ 9 ਵਜੇ ਤੁਹਾਡੇ ਨਾਲ ਲਾਈਵ ਹੋਣਾ ਹੈ, ਉਹਦੇ ਵਿੱਚ ਦੱਸਾਂਗੇ ਕਿ ਜੀਸੀ ਕੀ ਤੋਂ ਸਟਾਰਟ ਕਰਾਂਗੇ ਅਸੀਂ। ਜਿਵੇਂ ਅਮਨਦੀਪ ਨੇ ਸ਼ੁਰੂਆਤ ਕੀਤੀ ਸੀ ਕਿ ਜੀਸੀ ਕੀ ਦੇ ਵਿੱਚ ਸਿਕਿਉਰਿਟੀ ਕੁਐਸਚਨ ਨੇ ਉਹਦੀ ਸਟਾਰਟ ਕਿਵੇਂ ਕਰਨੀ ਹੈ, ਪਰ ਨਾਲ ਨਾਲ ਅਸੀਂ ਵੀ ਦੇਖਾਂਗੇ ਕਿ ਇੱਕ ਜਿਹੜਾ ਕੋਰਸ ਦੀ ਸਿਲੈਕਸ਼ਨ ਕਿਵੇਂ ਕਰਨੀ ਹੈ, ਉਹਦੇ ਬਾਰੇ ਵੀ ਆਪਾਂ ਅਗਲੀ ਵਾਰੀ ਗੱਲ ਕਰਨੀ ਹੈ। ਸੋ ਅੱਜ ਦਾ ਮਕਸਦ ਸੀ ਇਹ ਸੀ ਕਿ ਕੰਸਲਟੈਂਟ ਦੀ ਚੋਣ ਕਿਵੇਂ ਕਰੀਏ। ਪਲੀਜ਼ ਕਰੀਏ। ਮੈਂ ਕਹਿੰਦਾ ਮੈਂ ਨਾ ਇੱਕ ਚੀਜ਼ ਦਿਮਾਗ ਚਾਹੀਏ ਹੈ ਕਿ ਦੇਖੋ ਆਡੀਅנס ਵੀ ਨਾ ਕਦੀ ਨਾ ਦੀਪ ਸਰ ਬੋਰ ਹੋ ਜਾਂਦੀ ਹੈ। ਠੀਕ ਹੈ। ਕਾਜੇ ਦੀਆਂ ਗੱਲਾਂ, ਸਟੂਡੈਂਟ ਦੀਆਂ ਗੱਲਾਂ, ਇਹ ਹੈ ਉਹ। ਮੈਂ ਕਹਿੰਦਾ ਤੁਹਾਡਾ ਮੈਂ 2000 ਤੇ ਇਹ ਗੱਲ ਸ਼ੇਅਰ ਕਰਨ ਲੱਗਾ, 2007 ਦੀ ਮੈਲਬਨ ਸ਼ਹਿਰ ਦੀ ਗੱਲ ਸ਼ੇਅਰ ਕਰਨ ਲੱਗਾ ਆ ਜੀ। ਸਟੂਡੈਂਟਸ ਦੀ ਗਲਤੀ ਵਿਚਾਰਿਆਂ ਦੀ ਨਹੀਂ ਹੁੰਦੀ। ਸਟੂਡੈਂਟਸ ਜਿਹੜੇ ਅੱਜ ਵੀ ਨਾ 2007-6 ਵਾਲੇ ਜ਼ਮਾਨੇ ਦੀ ਸੋਚ ਲੈ ਕੇ ਚੱਲ ਰਹੇ, ਇਹਨਾਂ ਨੂੰ ਐਡਵਾਂਸ ਕਰਨ ਦੀ, ਪੋਲਿਸ਼ ਕਰਨ ਦੀ ਕੰਮ ਕਰ ਰਹੇ ਆ। ਉਹ ਵੀਰੋ ਭੈਣੋ ਸਾਡਾ ਹੀ ਫਾਇਦਾ ਵਾ ਸਭ ਤੋਂ ਪਹਿਲਾਂ। ਜੇ ਤੁਸੀਂ ਐਡਵਾਂਸ ਹੋਵੋਗੇ ਨਾ ਤੇ ਸਾਡੇ ਕੋਲ ਰਿਫਿਊਜ਼ਲ ਰੇਸ਼ੋ ਘਟ ਜਾਏਗੀ, ਸਾਡੇ ਕੋਲ ਅਪਰੂਵਲ ਰੇਸ਼ੋ ਵੱਧ ਜਾਏਗੀ, ਰਾਈਟ। ਹੁਣ ਇੱਕ ਆਪਣੇ ਮਸ਼ਹੂਰ ਕ੍ਰਿਕਟਰ ਹੈਗੇ ਨੇ ਕਪਿਲ ਦੇਵ ਜੀ ਵੀ, ਉਹਨਾਂ ਦੇ ਨਾਲ ਵੀ ਇਹ ਗੱਲ ਹੋਈ ਸੀਗੀ। ਜਿਹੜੀ ਗੱਲ ਇਹ ਸਾਡੇ ਘਰ 2007 ਵਿੱਚ ਮੈਲਬਨ ਦੇ ਵਿੱਚ ਇੱਕ ਬੰਦਾ ਆਇਆ ਸੀਗਾ, ਇੰਡੀਆ ਤੋਂ ਨਵਾਂ ਆਇਆ, ਤੇ ਕਹਿੰਦੇ ਲਾਫਟਰ ਨਾਂ ਦੀ ਵੀ ਚੀਜ਼ ਚਾਹੀਦੀ ਹੈ ਨਾ ਜੀ ਸਾਡੀ ਆਡੀਅנס ਵਾਸਤੇ। ਤੇ ਉਹ ਜੀ ਆਇਆ, ਉਹ ਨਾ ਉਹਨੂੰ ਜੌਬ ਮਿਲ ਗਈ ਹੰਗਰੀ ਜੈਕਸ ਵਿੱਚ, ਮੈਲਬਨ ਦੇ ਵਿੱਚ, ਜਿਵੇਂ ਆਪਣੇ 버ਗਰ ਕਿੰਗ ਹੈ ਇੰਡੀਆ ਦੇ ਵਿੱਚ। ਉਹ ਕਿਚਨ 'ਚ ਬੈਠਾ ਆਪਣਾ ਕੰਮ ਕਰ ਰਿਹਾ, ਲੱਗਾ ਹੋਇਆ। ਉਹਦਾ ਮੈਨੇਜਰ ਆਇਆ, ਸੋ ਕਹਿੰਦਾ ਗੋਰਾ ਕਹਿੰਦਾ ਸੋ ਹਾਊ ਡਿਡ ਯੂ ਫਾਊਂਡ ਦਿਸ ਜੌਬ, ਕਹਿੰਦਾ ਔਨ seek.com। ਸਾਰੇ ਹੱਸਣ ਲੱਗ ਪਏ ਕਿ ਯਾਰ ਮੈਂ ਤੇ ਤੈਨੂੰ ਇਹ ਪੁੱਛਿਆ ਕਿ ਤੈਨੂੰ ਇਹ ਜੌਬ ਕਿਵੇਂ ਦੀ ਲੱਗ ਰਹੀ ਆ, ਤੇ ਤੂੰ ਮੈਨੂੰ ਇਹ ਜਵਾਬ ਦੇ ਮੈਂ ਕਿੱਥੋਂ ਲੱਭੀ ਸੀ। ਇਹ ਛੋਟੀਆਂ ਚੀਜ਼ਾਂ ਵਾ ਨਾ ਇੰਡੀਆ ਦੀਆਂ, ਮੇਰੇ ਨਾਲ ਖੁਦ ਵੀ ਹਾਦਸੇ ਹੋਏ ਸੀਗੇ। ਮੈਂ ਹੈਰਾਨ ਹੋ ਗਿਆ ਕਿ ਟ੍ਰੇਨ ਆਈ ਆ ਜੀ, ਪਹਿਲੀ ਵਾਰੀ ਗਿਆ ਜੀ ਮੈਂ, ਟ੍ਰੇਨ ਦੇ ਦਰਵਾਜ਼ੇ ਆਪੇ ਖੁੱਲ ਰਹੇ ਆ। ਇਹ ਕਿੱਦਾਂ? ਮੈਨੂੰ ਮੇਰੇ ਰੂਮਮੇਟ ਨੇ ਕਿਹਾ, ਕਹਿੰਦਾ 3 ਵਾਰੀ ਦਰਵਾਜ਼ੇ ਦੇ ਮੂਹਰੇ ਖੜ ਕੇ ਕਹਿਣਾ ਓਪਨ। ਮੈਂ ਸ਼ੁਰੂ ਹੋਇਆ, ਮੇਰੇ ਦੂਜੇ ਨੇ ਬਾਂਹ ਫੜ ਲਈ, ਕਹਿੰਦਾ ਭਰਾਵਾ ਨਹੀਂ ਇਹ ਵਿਦੇਸ਼ ਆ। ਸੋ ਇਹ ਚੀਜ਼ਾਂ ਵਾ ਨਾ ਛੋਟੀਆਂ। ਅਸੀਂ ਕੰਸਲਟੈਂਟ ਦੀ ਭਾਲ ਕਿਵੇਂ ਕਰਨੀ ਹੈ, ਤੁਸੀਂ ਸਾਨੂੰ ਕਿੱਦਾਂ ਪਛਾਣਨਾ? ਸਾਡੀਆਂ ਸਰਟੀਫਿਕੇਸ਼ਨਸ ਨੂੰ ਛੱਡੋ, ਸਾਡੇ ਮਾਈਂਡ ਕੀ ਆ, ਸਾਡੇ ਲੱਗਿਆ ਹੋਇਆ ਨੂੰ, ਹਨਾ। ਸਾਡੇ ਫੇਸਬੁੱਕ ਦੀਆਂ ਤਬਦੀਲੀਆਂ ਕੀ ਆ, ਸਾਡੇ ਫੇਸਬੁੱਕ ਤੇ ਅਲੱਗ-ਅਲੱਗ ਕੰਟਰੀਆਂ ਵਾ, ਜਿਹਦਾ ਕੁਝ ਕੰਟਰੀ 'ਚ ਭੇਜਣ ਦਾ ਬੱਚਿਆਂ ਨੂੰ ਮੋਟਿਵ ਵੀ ਹੈਗਾ ਵਾ। ਦੇਖੋ ਹਰ ਇੱਕ ਕੰਟਰੀ ਚੰਗੀ ਆ, ਮੈਂ ਕੋਈ ਕੰਟਰੀ ਨੂੰ ਬੁਰਾ ਨਹੀਂ ਕਹਿੰਦਾ। ਹਰ ਕੰਟਰੀ 'ਚ ਕਹਿੰਦੇ ਆ ਤੇਰੇ ਭਾਗ ਲੱਛੀਏ, ਪੰਜਾਬੀ ਤੇ ਬਜ਼ੁਰਗਾਂ ਦੀ ਗੱਲ, ਆਪਾਂ ਪੰਜਾਬੀ ਦੀ ਗੱਲ ਕਰਦੇ ਪਏ ਆ, ਠੀਕ ਹੈ ਜੀ। ਉਹਦੇ ਵਿੱਚ ਇਹ ਆ ਕਿ ਇੱਕ ਬੱਚਾ ਇੱਥੋਂ ਜਾਏਗਾ, ਕੰਸਲਟੈਂਟ ਚੰਗਾ ਭਾਲ ਕਰਕੇ ਜਾਏਗਾ, ਤੇ ਤਾਂ ਹੀ ਉਹ ਬੱਚਾ ਉਸ ਕੰਸਲਟੈਂਟ ਤੇ ਵਿਸ਼ਵਾਸ ਕਰੇਗਾ ਕਿ ਬੱਚਾ ਉੱਥੇ ਪਹੁੰਚ ਗਿਆ, ਫਿਰ ਵੀ ਬਾਂਹ ਕਿਸੇ ਨੇ ਫੜੀ ਹੋਈ ਹੈ ਨਾ। ਅਸੀਂ ਸਿਰਫ ਕਮਿਸ਼ਨ ਵਾਸਤੇ ਉਹਦੇ ਨਾਲ ਜੁੜੇ ਸੀਗੇ ਕਿ 3 ਮਹੀਨੇ ਬਾਅਦ ਮੈਂ ਕੌਣ ਤੇ ਤੂੰ ਕੌਣ, ਕਿ ਅਸੀਂ ਉਹਦੇ ਨਾਲ 2 ਸਾਲ ਦੀ ਪੜ੍ਹਾਈ ਤੱਕ ਜੁੜੇ ਸੀਗੇ, ਵਰਕ ਪਰਮਿਟ ਲੈਣ ਤੱਕ ਜੁੜੇ ਸੀਗੇ। ਹਾਂ, ਸਟੂਡੈਂਟ ਨੂੰ ਵੀ ਚਾਹੀਦਾ ਵਾ ਕਿ ਯਾਰ ਤੇਰੇ ਕੋਰਸ ਤੂੰ ਜਿਹੜੀ, ਅੱਛਾ ਇੱਕ ਚੀਜ਼ ਮੈਂ
ਮੈਂ ਕਹਾਂਗਾ ਹਰ ਇੱਕ ਸਟੂਡੈਂਟ ਨੂੰ ਨਾ, ਮੈਂ ਕਿ ਜਿਨ੍ਹਾਂ ਦਾ ਮੈਂ ਵੱਡਾ ਲੱਗ ਰਿਹਾ ਜੀ ਮੈਂ ਆਰਡਰ ਕਰੂੰਗਾ, ਜਿਨ੍ਹਾਂ ਨੂੰ ਮੈਂ ਛੋਟਾ ਲੱਗ ਰਿਹਾ ਉਹਨਾਂ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਵੀਰਿਓ ਭਰਾਵੋ, ਜੇ ਤੁਸੀਂ +2 ਕੀਤੀ ਨਾ, ਜੇ ਤੁਸੀਂ 12 ਸਾਲ ਦੀ ਪੜ੍ਹਾਈ ਕੀਤੀ ਹੈ, ਜੇ ਤੁਸੀਂ ਬੈਚਲਰ ਦੀ ਨਾਨ ਮੈਡੀਕਲ ਕੀਤੀ ਹੈ, ਤੁਸੀਂ 12 ਤੇ 3 15 ਸਾਲ ਦੀ ਪੜ੍ਹਾਈ ਕੀਤੀ ਹੈ, ਜੇ ਬੀਟੈਕ ਕੀਤੀ ਹੈ ਨਾ 12 ਤੇ 4 16 ਸਾਲ ਦੀ ਪੜ੍ਹਾਈ ਕੀਤੀ ਆ, ਤੇ ਇੰਨੇ ਸਾਲਾਂ ਦੀ ਪੜ੍ਹਾਈ ਕਰਨ ਬਾਅਦ ਵੀ ਤੁਸੀਂ ਨਾ ਵੀਜ਼ਾ ਰਿਕੁਐਸਟ ਨਹੀਂ ਕਰ ਰਹੇ, ਤੁਸੀਂ ਵੀਜ਼ਾ ਕਲੇਮ ਕਰ ਰਹੇ ਹੋ ਕਿ ਮੇਰੇ ਚ ਇੰਨੀ ਐਫੀਸ਼ੀਐਂਸੀ ਹੈਗੀ ਆ, ਐਬਿਲਿਟੀ ਹੈਗੀ ਆ, ਉਸ ਤੋਂ ਬਾਅਦ ਵੀ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਦੀ ਐਫੀਸ਼ੀਐਂਸੀ ਤਸਦੀਕ ਹੋਏ ਸਰਟੀਫਿਕੇਟ ਨਾਲ ਫਿਰ ਕਲੇਮ ਕਰ ਰਹੇ ਹੋ। ਸੋ ਡੋਂਟ ਫੀਲ yourself in any negative pole। ਤੁਸੀਂ ਕਿਸੇ ਵੀ ਕੰਟਰੀ ਚੋਂ ਰਿਫਿਊਜ਼ਲ ਲੈਣ ਤੋਂ ਬਾਅਦ ਅਪਰੂਵਲ ਲੈ ਸਕਦੇ ਹੋ। ਏਜੰਟ ਇੱਕ ਚੋਂ ਗਏ ਹੋ, ਚਲਦੇ ਕੇਸ 'ਚ ਜੇ ਨਹੀਂ ਸੀ ਤੁਹਾਨੂੰ ਤਸੱਲੀ ਹੋਈ, ਦੂਜੇ ਕੋਲ ਜਾ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਹਨੇਰੇ ਦੇ ਵਿੱਚ ਹੀ ਤੀਰ ਚਲਾਣੇ ਆ, ਜ਼ਰੂਰੀ ਨਹੀਂ ਹੈ ਕਿ ਸਾਡੀਆਂ ਗੱਲਾਂ ਸੁਣ ਕੇ ਅਸੀਂ ਮਸ਼ਹੂਰੀ ਕਰ ਰਹੇ ਹਾਂ ਕਿ ਸਵੇਰੇ ਉੱਠ ਕੇ ਸਾਡੇ ਕੋਲ ਫਾਈਲਿੰਗ ਦੇਣ ਆਓ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਨਹੀਂ ਯਾਰ, ਅਸੀਂ ਹੈਨਾ, ਅਸੀਂ ਇੱਕ ਤੁਸੀਂ ਕਹਿ ਲਓ ਇੱਕ NGO ਤਾਂ ਹੈ ਜੀ ਸਾਡੀ ਦੋਵਾਂ ਦੀ ਕੋਈ ਵੀ, ਬਟ ਅਸੀਂ ਇੱਕ NGO ਵਾਂਗੂ ਕੰਮ ਕਰਨਾ ਹੈ, ਤੁਹਾਡੇ ਸਾਰਿਆਂ ਦੇ ਨਾਲ ਅਵੇਅਰ ਕਰਨਾ ਆ। ਅਸੀਂ ਤੁਹਾਡੇ ਘਰਾਂ ਦਾ ਲਾ ਸਕਦੇ। ਹਾਂ ਨਹੀਂ ਇੱਕ ਦੇਖੋ, ਰਾਤੀ 9 ਵਜੇ ਤੋਂ ਲੈ ਕੇ 9:30 ਤੱਕ ਲਾਈਵ ਹੋਣਾ, 1-2 ਮਿੰਟ ਉੱਪਰ ਹੋ ਗਏ ਨੇ, ਮਾਫੀ ਚਾਹਾਂਗੇ। ਲਾਸਟ ਗੱਲ ਨੂੰ ਬਸ ਮੈਂ ਕਵਰ ਕਰ ਰਿਹਾ ਵਾਂ, ਔਰ ਨੈਕਸਟ ਸ਼ਨੀਵਾਰ ਨੂੰ ਅਸੀਂ ਫਿਰ 9 ਵਜੇ ਲਾਈਵ ਹੋਣਾ। ਸੋ ਮੇਰਾ ਮਕਸਦ ਸਿਰਫ ਗੱਲ ਨੂੰ ਸਮਰਾਈਜ਼ ਕਰਨ ਦਾ ਇਹੀ ਹੈ ਕਿ ਜਦੋਂ ਅਸੀਂ ਬੱਸ ਅੱਡੇ ਤੇ ਕੋਈ ਬੱਸ ਲੈਣੀ ਹੈ, ਫੋਰ ਐਗਜ਼ਾਮਪਲ ਆਪਾਂ ਮੰਨ ਲਓ ਕਿ ਜਲੰਧਰ ਤੋਂ ਦਿੱਲੀ ਜਾਣਾ ਹੈ, ਤਾਂ ਉਹਦੇ ਵਿੱਚ ਆਪਾਂ ਨੂੰ ਪਤਾ ਹੋ ਜਾਂਦਾ ਕਿ ਵੀ ਕਿਸ ਅੱਡੇ ਤੇ ਕਿਹੜੀ ਬੱਸ ਕਿੱਥੇ ਜਾ ਰਹੀ ਹੈ। ਤੇ ਜੇ ਆਪਾਂ ਬੱਸ ਫੜ ਲਾਂਗੇ ਫਾਜ਼ਿਲਕਾ ਵਾਲੀ, ਤਾਂ ਉਹ ਫਿਰ ਆਪਾਂ ਦਿੱਲੀ ਨਹੀਂ ਜਾ ਪਾਵਾਂਗੇ। ਇਸੇ ਤਰੀਕੇ ਨਾਲ ਅਸੀਂ ਆਪਣੀ ਚੋਣ ਕਰਨੀ ਆਪਣੇ ਕਰੀਅਰ ਦੀ, ਕਿ ਕਿਹੜਾ ਬੱਸ ਡਰਾਈਵਰ ਕਿੱਥੇ ਆਪਣੇ ਅੱਡੇ ਤੇ ਕਿੱਥੇ ਬੱਸ ਲੈ ਖੜਾ ਹੋਇਆ ਹੈ, ਤੁਸੀਂ ਚੋਣ ਕਿਵੇਂ ਕਰਨੀ ਹੈ। ਜੇ ਤੁਸੀਂ ਲੁਧਿਆਣੇ ਤੋਂ ਜਲੰਧਰ ਜਾਣਾ ਤਾਂ ਤੁਸੀਂ ਪਟਿਆਲੇ ਵਾਲੀ ਬੱਸ ਨਹੀਂ ਫੜ ਸਕਦੇ, ਤੁਹਾਡੀ ਆਪਣੀ ਇਹ ਗਲਤੀ ਹੁੰਦੀ ਹੈ। ਇਹਦੇ ਵਿੱਚ ਬੱਸ ਡਰਾਈਵਰ ਨੇ ਤੁਹਾਨੂੰ ਬਿਲਕੁਲ ਨਹੀਂ ਕਹਿਣਾ, ਉਹਨੇ ਤੁਹਾਨੂੰ ਬਿਠਾ ਦੇਣਾ, ਤੁਹਾਨੂੰ ਟਿਕਟ ਦੇ ਦੇਣੀ ਹੈ, ਅੱਗੋਂ ਤੁਸੀਂ ਆਪਣੀ ਗਲਤੀ ਦੇ ਆਪ ਜ਼ਿੰਮੇਵਾਰ ਹੋਵੋਗੇ। ਸੋ ਕੋਸ਼ਿਸ਼ ਇਹ ਕਰੋ ਕਿ ਆਪਣੇ ਕੰਸਲਟੈਂਟ ਦੀ ਚੋਣ ਵਧੀਆ ਕਰੋ। ਅੱਜ ਜਿਹੜਾ ਟੌਪਿਕ ਸੀ, ਇਹ 32 ਮਿੰਟ ਹੋ ਗਏ ਨੇ, ਟੌਪਿਕ ਅੱਜ ਇਹੀ ਸੀ ਕਿ ਕੰਸਲਟੈਂਟ ਦੀ ਚੋਣ ਕਿਵੇਂ ਕਰੀਏ। ਅਮਨਦੀਪ ਨੇ ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਭ ਨੂੰ ਸਹੀ ਡਾਇਰੈਕਸ਼ਨ ਦਿੱਤੀ ਜਾਵੇ, ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ 10 ਘੋੜੇ ਨਾ ਇੱਕ ਬੱਗੀ ਨੂੰ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਖਿੱਚਣ ਤਾਂ ਉਸ ਬੱਗੀ ਦੇ ਚਿੱਠੜੇ ਉੜ ਜਾਂਦੇ ਨੇ, ਪਰ ਜਦੋਂ ਉਹ 10 ਘੋੜੇ ਇੱਕੋ ਹੀ ਫੋਰਸ ਦੇ ਵਿੱਚ, ਡਾਇਰੈਕਸ਼ਨ ਫੋਰਸ ਦੇ ਵਿੱਚ ਚੱਲਦੇ ਨੇ, ਤਾਂ ਫਿਰ ਦੇਖੋ ਕਿੰਨੀ ਹੋਰਸ ਪਾਵਰ ਵੱਧ ਜਾਏਗੀ, ਉਹ ਕਿੰਨਾ ਬਾ ਕਮਾਲ ਹੋ ਜਾਏਗਾ। ਸੋ ਅਮਨ ਦਾ ਔਰ ਡੀਪ ਅਰੋੜੇ ਦਾ ਸਿਰਫ ਇਹੀ ਕਾਰਨ ਹੈ, ਰੀਜ਼ਨ ਹੈ ਤੁਹਾਡੇ ਨਾਲ ਇੰਟਰੈਕਟ ਹੁੰਦਾ ਕਿ ਕਿਉਂ ਨਾ ਆਪਾਂ ਜਿਹੜੀਆਂ ਰਿਫਿਊਜ਼ਲਾਂ ਦੀਆਂ ਵਰਡਿੰਗ ਬਹੁਤ ਜ਼ਿਆਦਾ ਬੋਲਦੇ ਆ ਤੇ ਉਹ ਚ ਅਪਰੂਵਲ ਵਰਡ ਬੋਲੀਏ ਕਿ ਮੇਰੇ ਸਰ ਅਪਰੂਵਲ ਆਣੀ, ਕਿਉਂਕਿ ਮੈਂ ਇੱਥੇ ਸਰਚ ਕੀਤੀ ਹੈ। ਅਮਨ ਨੇ ਕਿਹਾ ਸੀ ਕਿ R&D ਕਰਨੀ ਜ਼ਰੂਰੀ ਹੈ, ਤਾਂ ਰਿਸਰਚ ਐਂਡ ਡਿਵੈਲਪਮੈਂਟ ਕਰੋ ਔਰ ਆਪਣਾ ਭਵਿੱਖ ਵੀ ਵਧੀਆ ਕਰੋ, ਆਪਣੇ ਪਰਿਵਾਰ ਦਾ ਭਵਿੱਖ ਵਧੀਆ ਕਰੋ। ਸੋ ਅਮਨ ਜਾਂਦੇ ਜਾਂਦੇ ਜਸਟ 1 ਮਿੰਟ ਦੇ ਵਿੱਚ ਤੁਸੀਂ ਕੁਝ ਸਮਰਾਈਜ਼ ਕਰੋ, ਤਾਂ ਕਿ ਆਪਾਂ ਕਿਉਂਕਿ ਜ਼ਿਆਦਾ ਸਮਾਂ ਹੋ ਗਿਆ, ਤਕਰੀਬਨ 33 ਮਿੰਟ ਦੇ ਕਰੀਬ ਹੋ ਲੱਗੇ ਨੇ। ਸੋ ਕੋਸ਼ਿਸ਼ ਕਰੋ ਕਿ 1-1.5 ਮਿੰਟ ਦੇ ਵਿੱਚ ਆਪਾਂ ਸਮਰਾਈਜ਼ ਕਰੀਏ ਔਰ ਵਾਈਂਡ ਅਪ ਕਰੀਏ ਸੈਸ਼ਨ ਨੂੰ। ਪਲੀਜ਼ ਲਾਸਟ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਐਗਜ਼ੈਕਟਲੀ ਸਰ, ਕਹਿੰਦੇ ਧਰਤੀ ਗੋਲ ਹੈ ਪਰ ਉਹਦੇ ਵਿੱਚ ਨਹੀਂ ਕੋਈ ਹੋਲ ਹੈ, ਹੈਨਾ। ਇਹਦਾ ਸਿਰਫ ਇੱਕੋ ਹੀ ਜਵਾਬ ਹੈ, ਇਮੀਗ੍ਰੇਸ਼ਨ ਇੰਡਸਟਰੀ 'ਚ ਅਖਬਾਰਾਂ ਵਾਲੇ ਕਹਿੰਦੇ ਆ ਬਹੁਤ ਲੂਪ ਹੋਲ ਹੈ, ਨਾ ਕੋਈ ਲੂਪ ਹੋਲ ਨਹੀਂ ਹੈ, ਠੀਕ ਹੈ ਜੀ, ਸਭ ਗੋਲ ਤੇ ਪਿਆ ਆ। ਤੇ ਮੈਂ ਦੀਪ ਸਰ ਇਸ ਗੱਲ ਤੋਂ ਪਰਸਨਲੀ ਬਹੁਤ ਖੁਸ਼ ਹਾਂ ਕਿ ਹਲੇ ਸਾਡੇ ਕੋਲ ਗੱਲਾਂ ਹੀ ਬਹੁਤ ਰਹਿ ਗਈਆਂ। ਅਸੀਂ ਤੇ ਕਾਫੀ ਕੁਝ ਸੋਚਿਆ ਸੀਗਾ, ਹਲੇ ਸਾਡੇ ਕੋਲ ਐਪੀਸੋਡ ਬਹੁਤ ਬਣ ਚੁੱਕੇ ਨੇ। ਪੋਜ਼ਿਟਿਵ ਰਹੋ, ਬਿਲਕੁਲ ਸੁਰੱਖਿਅਤ ਰਹੋ, ਆਪਣੇ ਆਪ ਨੂੰ ਖੁਸ਼ ਰੱਖੋ ਤੇ R&D ਕਰਦੇ ਰਹੋ। ਜਿੱਥੇ ਲੋੜ ਪੈਂਦੀ ਆ, ਇੱਕ ਚੀਜ਼ ਨੋਟਿਸ ਕਰੋ ਨਾ, ਇਹਨਾਂ ਨੇ ਆਪਣਾ ਫੋਨ ਨੰਬਰ ਮੇਰੇ ਨਾਲ ਗੱਲ ਕੀਤੀ ਆ ਤੇ ਨਾ ਹੀ ਮੈਂ ਆਪਣੇ ਫੋਨ ਨੰਬਰ ਤੇ ਗੱਲ ਕੀਤੀ ਆ। ਸਾਡੀ ਕੰਪਨੀ ਦਾ ਨਾਮ ਦੀਪ ਸਰ ਦੀ ਕੰਪਨੀ ਦਾ ਨਾਮ ਹੈ ਜੀ ਮਾਈ ਵੀਜ਼ਾ, ਮੇਰੀ ਕੰਪਨੀ ਦਾ ਨਾਮ ਹੈ ਜੀ ਨਿਊ ਐਵੇਨਿਊ ਕੰਸਲਟੈਂਟਸ। ਇਹ ਹੈਗੇ ਨੇ ਅੰਮ੍ਰਿਤਸਰ ਲੁਧਿਆਣੇ 'ਚ, ਮੈਂ ਹੈਗਾ ਜੀ ਅੰਮ੍ਰਿਤਸਰ 'ਚ। ਹੁਣ ਅਗਲਾ ਕੰਮ ਇਸ ਚੀਜ਼ ਨੂੰ ਸੁਣਦੇ ਸਰੋਤਿਆਂ ਦਾ ਹੈ, ਸਾਡੇ ਨੰਬਰ ਲੱਭੋ, ਕੋਈ ਕੁਐਸਚਨ ਹੈ ਤੇ ਸਾਨੂੰ ਕਾਲ ਕਰੋ, R&D ਹੋਣ ਤੋਂ ਸ਼ੁਰੂ ਹੋ ਜਾਏਗੀ। ਬਿਲਕੁਲ ਠੀਕ ਹੈ ਜੀ। ਸੋ ਅਮਨ, ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਆਪਣਾ ਬਹੁਤ ਪ੍ਰੀਸ਼ੀਅਸ ਟਾਈਮ ਲਗਾਇਆ। ਨੈਕਸਟ ਸ਼ਨੀਵਾਰ ਨੂੰ 9 ਵਜੇ ਫਿਰ ਆਪਾਂ ਏਦਾਂ ਹੀ ਅੱਧੇ ਘੰਟੇ ਲਈ ਆਪਾਂ GC ਕੀ ਬਾਰੇ, ਸਿਕਿਉਰਿਟੀ ਕੁਐਸਚਨਸ ਬਾਰੇ ਔਰ ਕੋਰਸਿਸ ਬਾਰੇ ਗੱਲ ਕਰਾਂਗੇ, ਔਰ ਇਹਦੀ ਸੀਰੀਜ਼ ਨੂੰ ਜਿਵੇਂ ਲੋਕੀ ਪਿਆਰ ਕਰਦੇ ਰਹਿਣਗੇ ਆਪਾਂ ਅੱਗੇ ਚੱਲਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਨਾਈਸ ਆਫ ਯੂ ਫॉर ਬੀਇੰਗ ਵਿਦ ਅਸ। ਥੈਂਕ ਯੂ ਸੋ ਮਚ। ਥੈਂਕ ਯੂ। ਥੈਂਕ ਯੂ।